ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਝੋਲਾ ਹਰਾ ਭਇਓ ਗੁਣੀ ਗਹੀਰਾ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਈਆ ਧੰਨਾ ਵਡ ਭਾਗਾ ਸੁਖਾਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਸਮਧੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਸਤ ਸੰਗਤ ਦੇ ਸੁਭਾਗ ਸਮੇਂ ਜੋ ਨੇ ਬਖਸ਼ਿਸ਼ ਕੀਤੇ। ਆਪ ਸੰਗਤਾਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹੋ। ਇਸ ਵੇਲੇ ਆਪਾਂ ਸਤਿਗੁਰਾਂ ਦੀ ਅਗੰਮੀ ਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ
ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਹ ਜੋ ਸ਼ਬਦ ਸਾਨੂੰ ਅੱਜ ਪ੍ਰਾਪਤ ਹੋ ਰਹੇ ਨੇ, ਇਹ ਭਗਤਾਂ 15 ਭਗਤਾਂ ਦੇ ਵਿੱਚੋਂ ਭਗਤ ਰਵਿਦਾਸ ਜੀਆਂ ਦੀ ਇਹ ਬਾਣੀ ਸਾਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ 40 ਸ਼ਬਦ ਭਗਤ ਰਵਿਦਾਸ ਜੀਆਂ ਦੇ ਦਰਜ ਹੋਏ ਨੇ। 40 ਸ਼ਬਦਾਂ ਵਿੱਚੋਂ 7 ਸ਼ਬਦ ਜਿਹੜੇ ਨੇ ਇਸ ਰਾਗ ਦੇ ਵਿੱਚ, ਸੋਠ ਰਾਗ ਵਿੱਚ ਭਗਤ ਰਵਿਦਾਸ ਜੀਆਂ ਨੇ ਦਰਜ ਕਰਵਾਏ। ਅੱਜ ਅਸੀਂ ਇਹ ਜੋ 6ਵਾਂ ਸ਼ਬਦ ਹੈ ਇਹ ਸਰਵਣ ਕਰਨ ਜਾ ਰਹੇ ਹਾਂ। ਇੱਕ ਸ਼ਬਦ ਜਿਹੜਾ ਬਾਕੀ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਭਗਤ ਰਵਿਦਾਸ ਜੀਆਂ ਦੇ ਜਿਹੜੇ ਸੇਵਕ ਨੇ, ਉਹਨਾਂ ਵਿੱਚੋਂ ਕਿਸੇ ਸੇਵਕ ਦਾ ਜੋ ਪਿਤਾ ਹੈ ਉਹ ਚੜ੍ਹਾਈ ਕਰ ਗਿਆ, ਸਵਰਗਵਾਸ ਹੋ ਗਿਆ। ਪਿਤਾ ਦੇ ਪੂਰੇ ਹੋ ਜਾਣ ਤੋਂ ਬਾਅਦ ਦੋਨਾਂ ਭਰਾਵਾਂ ਦੇ ਵਿੱਚ ਘਰ ਦੀ ਵੰਡ ਵਡਾਈ ਨੂੰ ਲੈ ਕੇ ਰੌਲਾ ਪੈ ਗਿਆ, ਕਲੇਸ਼ ਪੈ ਗਿਆ। ਜਦੋਂ ਝਗੜਾ ਦੋਨਾਂ ਭਰਾਵਾਂ ਦਾ ਵਧਿਆ, ਪੰਚਾਇਤ ਵਗੈਰਾ ਤੋਂ ਗੱਲ ਜਿਸ ਵੇਲੇ ਨਾ ਠੀਕ ਬਣੀ ਤੇ ਉਸ ਵੇਲੇ ਦੋਨਾਂ ਨੇ ਸੋਚਿਆ ਵੀ ਆਪਾਂ ਭਗਤ ਰਵਿਦਾਸ ਜੀਆਂ ਕੋਲ ਚੱਲੀਏ, ਜਿਵੇਂ ਉਹ ਕਹਿਣਗੇ ਆਪਾਂ ਉਸੇ ਤਰ੍ਹਾਂ ਕਰ ਲਵਾਂਗੇ। ਇਹ ਦੋਨੇ ਭਰਾ ਜਿਹੜੇ ਭਗਤ ਰਵਿਦਾਸ ਜੀਆਂ ਦੇ ਸੇਵਕ ਨੇ, ਪ੍ਰੇਮੀ ਨੇ, ਚੱਲ ਕੇ ਭਗਤ ਜੀਆਂ ਦੇ ਕੋਲ ਆਏ। ਆ ਕੇ ਬੇਨਤੀ ਕਰਦੇ, ਕਹਿਣ ਲੱਗੇ ਜੀ ਸਾਡੇ ਪਿਤਾ ਜਿਹੜੇ ਨੇ ਉਹ ਪੂਰੇ ਹੋ ਗਏ, ਸਵਰਗਵਾਸ ਹੋ ਗਏ ਨੇ। ਉਹਨਾਂ ਦੀ ਜ਼ਮੀਨ ਜਾਇਦਾਦ ਨੂੰ ਵੰਡਣ ਨੂੰ ਲੈ ਕੇ ਸਾਡੇ ਵਿੱਚ ਝਗੜਾ ਪੈ ਗਿਆ, ਤੁਸੀਂ ਸਾਡੀ ਮਦਦ ਕਰੋ, ਕਿਵੇਂ ਵੰਡੀਏ। ਉਹਨਾਂ ਦਾ ਝਗੜਾ ਵੇਖ ਕੇ ਭਗਤ ਰਵਿਦਾਸ ਜੀ ਫਿਰ ਇਹ ਜੋ ਸ਼ਬਦ ਹੈ ਨਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਦੇ। ਤੇ ਸ਼ਬਦ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ। ਕਹਿਣ ਲੱਗੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਇਹ ਰਹਾਉ ਦੀ ਪੰਕਤੀ ਹੈ, ਰਹਾਉ ਦਾ ਬੰਦ ਹੈ। ਤੇ ਰਹਾਉ ਦੀ ਪੰਕਤੀ ਜਿਹੜੀ ਹੈ ਉਹ ਸ਼ਬਦ ਦਾ ਧੁਰਾ ਹੁੰਦੀ ਹੈ, ਕੇਂਦਰ ਹੁੰਦੀ ਹੈ, ਸ਼ਬਦ ਉਹਦੇ ਦੁਆਲੇ ਘੁੰਮਦਾ ਹੈ। ਜਿਵੇਂ ਗੱਡੀ ਦੇ ਵਿੱਚ ਧੁਰਾ ਕੰਮ ਕਰਦਾ ਨਾ ਚੱਲਣ ਵਾਸਤੇ, ਇਸੇ ਤਰ੍ਹਾਂ ਰਹਾਉ ਦਾ ਬੰਦ ਜਿਹੜਾ ਸ਼ਬਦ ਦਾ ਧੁਰਾ ਹੁੰਦਾ, ਕੇਂਦਰੀ ਭਾਵ ਹੁੰਦਾ। ਮੁੱਖ ਬੰਦ ਰਹਾਉ ਦਾ ਹੀ ਹੈ, ਬਾਕੀ ਸ਼ਬਦ ਉਸੇ ਗੱਲ ਨੂੰ ਅੱਗੇ ਪ੍ਰਗਟ ਕਰਦਾ ਹੈ। ਰਹਾਉ ਦਾ ਬੰਦ ਇਹ ਗੱਲ ਕਹਿੰਦਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਇਹ ਪ੍ਰਾਣੀ ਹੰਕਾਰ ਦੇ ਵਿੱਚ ਆ ਕੇ ਇਹ ਗੱਲ ਆਖਦਾ ਇਹ ਜਗ੍ਹਾ ਮੇਰੀ ਹੈ, ਇਹ ਥਾਂ ਮੇਰਾ ਹੈ। ਕਿਆ ਮੇਰਾ, ਅਸਲ ਵਿੱਚ ਕੀ ਹੈ ਮੇਰਾ, ਕਦੇ ਇਹ ਨਹੀਂ ਸੋਚਿਆ। ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤਰਵਰ ਨਾਮ ਰੁੱਖ ਦਾ। ਕਹਿਣ ਲੱਗੇ ਅਸਲ ਵਿੱਚ ਤੇਰਾ ਇੱਥੇ ਇੰਨਾ ਕੁ ਕਬਜ਼ਾ ਹੈ, ਤੇਰੀ ਮਾਲਕੀਅਤ ਇੰਨੀ ਕੁ ਹੈ ਜਿਵੇਂ ਰਾਤ ਨੂੰ ਇੱਕ ਪੰਛੀ ਰੁੱਖ 'ਤੇ ਬੈਠਾ ਹੈ। ਪੰਛੀ ਨੂੰ ਪਤਾ ਹੈ ਵੀ ਕੇਵਲ ਮੈਂ ਰਾਤ ਇਸ ਰੁੱਖ 'ਤੇ ਬਤੀਤ ਕਰਨੀ ਹੈ, ਸਵੇਰੇ ਮੈਂ ਇੱਥੋਂ ਉੱਡ ਜਾਣਾ ਹੈ। ਇੱਕ ਰਾਤ ਰਹਿਣ ਵਾਸਤੇ ਉਹ ਪੰਛੀ ਜਿਹੜਾ ਹੈ ਨਾ ਉਹ ਕਿਸੇ ਕੋਲੋਂ ਆਗਿਆ ਨਹੀਂ ਲੈਂਦਾ, ਕਿਸੇ ਕੋਲੋਂ ਰਜਿਸਟਰੀ ਨਹੀਂ ਮੰਗਦਾ, ਕਿਸੇ ਕੋਲੋਂ ਕਬਜ਼ਾ ਨਹੀਂ ਮੰਗਦਾ, ਜਾਂ ਆਪਣੇ ਨਾਮ ਦੀ ਵਰਤੋਂ ਨਹੀਂ ਕਰਦਾ ਵੀ ਅੱਜ ਰਾਤ ਮੈਂ ਇੱਥੋਂ ਦਾ ਮਾਲਕ ਹਾਂ। ਨਹੀਂ, ਟਾਹਣੀ ਮਿਲੀ ਹੈ, ਡਾਲ ਮਿਲੀ ਹੈ, ਬੈਠਾ, ਰਾਤ ਲੰਘ ਜਾਵੇਗੀ ਉਸਨੇ ਉੱਡ ਕੇ ਚਲੇ ਜਾਣਾ। ਪੰਛੀ ਨੂੰ ਇਸ ਗੱਲ ਦੀ ਸੋਝੀ ਹੈ ਵੀ ਮੈਂ ਇਸ ਰੁੱਖ 'ਤੇ ਰਾਤ ਬੈਠਣ ਵਾਸਤੇ ਹਾਂ, ਸਵੇਰੇ ਮੇਰਾ ਟਿਕਾਣਾ ਹੋਰ ਹੋ ਜਾਣਾ ਹੈ। ਮਹਾਰਾਜ ਕਹਿਣ ਲੱਗੇ ਤੇਰੇ ਨਾਲੋਂ ਤੇ ਪੰਛੀ ਦੀ ਗਿਆਤ ਜ਼ਿਆਦਾ ਹੈ, ਪੰਛੀ ਨੂੰ ਸੋਝੀ ਤੇਰੇ ਨਾਲੋਂ ਚੰਗੀ ਹੈ।
ਉਹਨੂੰ ਪਤਾ ਹੈ ਵੀ ਮੈਂ ਇਹ ਰਾਤ ਕੱਟਣੀ ਹੈ ਤੇ ਚਲੇ ਜਾਣਾ, ਰੁੱਖ 'ਤੇ ਮੇਰਾ ਕਬਜ਼ਾ ਕੋਈ ਨਹੀਂ, ਇਹ ਰੁੱਖ 'ਤੇ ਇਸੇ ਤਰ੍ਹਾਂ ਰਹਿਣਾ ਹੈ। ਅਤੇ ਇਹਦੇ 'ਤੇ ਪਤਾ ਨਹੀਂ ਕਿੰਨੇ ਕੁ ਆ ਕੇ ਮੇਰੇ ਤੋਂ ਪਹਿਲਾਂ ਪੰਛੀ ਬੈਠੇ ਨੇ, ਕਿੰਨਿਆਂ ਕੁ ਨੇ ਬਾਅਦ ਵਿੱਚ ਬਹਿ ਜਾਣਾ। ਪਰ ਮਨੁੱਖ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਜੋ ਮੈਂ ਕੀਤਾ ਹੈ ਨਾ ਮੈਂ ਹੀ ਕਰ ਸਕਦਾ। ਮੇਰੇ ਤੋਂ ਪਹਿਲਾਂ ਕੋਈ ਕਰ ਨਹੀਂ ਸਕਿਆ ਅਤੇ ਮੇਰੇ ਤੋਂ ਬਾਅਦ ਵਿੱਚ ਵੀ ਕੋਈ ਕਰ ਨਹੀਂ ਸਕੇਗਾ। ਮੈਂ ਹੀ ਇਹੋ ਜਿਹਾ ਰੱਬ ਨੇ ਪੈਦਾ ਕੀਤਾ ਹਾਂ ਕਿ ਮੇਰੇ ਬਿਨਾਂ ਤਾਂ ਇਹ ਕੁਝ ਹੋ ਨਹੀਂ ਸਕਦਾ। ਇਹ ਮਾਣ ਆ ਜਾਂਦਾ, ਹੰਕਾਰ ਆ ਜਾਂਦਾ। ਪਰ ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਜਿਸ ਆਸਨ ਹਮ ਬੈਸੇ ਕੇਤੇ ਬੈਸ ਗਿਆ। ਜਿੱਥੇ ਤੂੰ ਅੱਜ ਆ ਕੇ ਬੈਠਾ ਨਾ, ਪਤਾ ਨਹੀਂ ਕਿੰਨੇ ਕੁ ਇੱਥੇ ਆ ਕੇ ਪਹਿਲਾਂ ਬੈਠ ਕੇ ਚਲੇ ਗਏ ਅਤੇ ਕਿੰਨਿਆਂ ਕੁ ਨੇ ਬੈਠ ਕੇ ਚਲੇ ਜਾਣਾ। ਪਰ ਮਾਣ ਹੰਕਾਰ ਦੇ ਵਿੱਚ ਕੀਤੇ ਗਏ ਕਰਮ ਜਿਹੜੇ ਨੇ ਨਾ ਉਹ ਬੰਦੇ ਨੂੰ ਦੁੱਖਦਾਈ ਹੋ ਜਾਂਦੇ, ਉਹਨਾਂ ਦੀ ਸਜ਼ਾ ਤਾਂ ਮਿਲਦੀ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਬਚਨ ਇਹ ਹੈ ਗੁਰਮੁਖਾ ਵੀ ਇਹ ਕਿਆ ਮੇਰਾ ਕਿਆ ਤੇਰਾ, ਦੁਨੀਆ ਵਿੱਚ ਕੀ ਤੂੰ ਮੇਰ ਤੇਰ ਲਾਈ ਹੋਈ ਹੈ। ਜੈਸੇ ਤਰਵਰ ਪੰਖ ਬਸੇਰਾ, ਇਹ ਤੇ ਦੁਨੀਆ ਵਿੱਚ ਰਾਤ ਕੱਟਣੀ ਹੈ ਜਿਵੇਂ ਪੰਛੀ ਕੱਟਦਾ ਪਿਆ, ਕੱਟ ਕੇ ਤੇ ਤੁਰਦਾ ਬਣੇਗਾ। ਹੁਣ ਇਸ ਸ਼ਬਦ ਨੂੰ ਫਿਰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਜਲ ਕੀ ਭੀਤ ਪਵਨ ਕਾ ਥੰਬਾ। ਜੀ ਬਚਨ ਕਰਦੇ ਕਹਿੰਦੇ ਸਰੀਰ ਬਣਿਆ ਕਿੱਥੋਂ ਹੈ, ਇਹਦੀ ਬਣਤਰ ਕਿਵੇਂ ਬਣੀ ਹੈ, ਤੈਨੂੰ ਬਣਤਰ ਬਾਰੇ ਦੱਸ ਦਈਏ। ਜਲ ਕੀ ਭੀਤ, ਇਹ ਜਿਹੜਾ ਤੇਰਾ ਸਰੀਰ ਹੈ ਨਾ ਇਹ ਪਾਣੀ ਦੀ ਇੱਕ ਕੰਧ ਹੈ ਤੇ ਪਾਣੀ ਤੋਂ ਲੈ ਲੈਣੇ ਗੁਰਮੁਖੋ ਪੰਜ ਤੱਤ। ਪਾਣੀ ਹੈ, ਅੱਗ ਹੈ, ਹਵਾ ਹੈ, ਧਰਤੀ ਅਤੇ ਆਕਾਸ਼। ਇਹ ਪੰਜਾਂ ਤੱਤਾਂ ਦੀ ਮਿੱਟੀ ਦੇ ਨਾਲ ਇਹ ਤੇਰੇ ਸਰੀਰ ਰੂਪੀ ਕੰਧ ਬਣੀ ਹੈ। ਅਤੇ ਕੱਚੀ ਕੰਧ ਦਾ ਕੋਈ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ। ਮਿੱਟੀ ਦੀ ਕੰਧ ਦਾ ਕਾਹਦਾ ਭਰੋਸਾ, ਕਦੋਂ ਮੀਂਹ ਆਵੇ, ਕਦੋਂ ਹਨੇਰੀ ਆਵੇ ਅਤੇ ਟੁੱਟ ਜਾਵੇ। ਭਗਤ ਜੀ ਕਹਿਣ ਲੱਗੇ ਜਲ ਕੀ ਭੀਤ, ਇਹ ਪੰਜ ਤੱਤ ਇਹਨਾਂ ਦੀ ਤੇ ਇਹ ਕੰਧ ਹੈ। ਸਰੀਰ ਰੂਪੀ ਕੰਧ ਜਿਹੜੀ ਹੈ ਨਾ ਗੁਰਮੁਖਾ, ਸਰੀਰ ਪੰਜਾਂ ਤੱਤਾਂ ਦਾ ਬਣਿਆ। ਤੇ ਅਗਲਾ ਬਚਨ ਉਹਨਾਂ ਨੇ ਕਰ ਦਿੱਤਾ, ਕਹਿਣ ਲੱਗੇ ਪਵਨ ਕਾ ਥੰਬਾ। ਜਿਵੇਂ ਅਸੀਂ ਇਸ ਮਕਾਨ ਦੇ ਵਿੱਚ ਬਿਲਡਿੰਗ ਦੇ ਥੱਲੇ ਆਪਣੇ ਘਰ ਵਿੱਚ ਬੈਠਦੇ ਆ ਨਾ ਤੇ ਉਹਦੇ ਚਾਰ ਚੁਫੇਰੇ ਕੰਧਾਂ ਹੁੰਦੀਆਂ, ਥੱਲੇ ਪਿੱਲਰ ਦਿੱਤੇ ਜਾਂਦੇ। ਇਹ ਤੇਰੇ ਸਰੀਰ ਰੂਪੀ ਜਿਹੜੀ ਕੰਧ ਹੈ ਨਾ, ਸਰੀਰ ਰੂਪੀ ਜਿਹੜਾ ਮਕਾਨ ਹੈ, ਇਹਦੇ ਵਿੱਚ ਪਰਮਾਤਮਾ ਨੇ ਸਵਾਸਾਂ ਦਾ ਥੰਬਾ ਦਿੱਤਾ ਹੈ, ਸਵਾਸਾਂ ਦੇ ਪਿੱਲਰ ਦਿੱਤੇ ਨੇ। ਜਿੰਨਾ ਚਿਰ ਸਵਾਸ ਚੱਲਦੇ ਪਏ ਤੇਰਾ ਸਰੀਰ ਸਿੱਧਾ ਖੜਾ ਹੁੰਦਾ ਹੈ। ਤੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਚੱਲ ਸਕਦਾ ਹੈ, ਤੂੰ ਬੋਲ ਸਕਦਾ, ਤੂੰ ਸੁਣ ਸਕਦਾ, ਤੂੰ ਵੇਖ ਸਕਦਾ। ਕਿਉਂਕਿ ਆਸਰਾ ਕਾਹਦਾ, ਸਵਾਸਾਂ ਦਾ। ਜਦੋਂ ਰੱਬ ਨੇ ਸਵਾਸ ਵਿੱਚੋਂ ਕੱਢ ਲੈ, ਨਾ ਇਹ ਸਰੀਰ ਨੇ ਫਿਰ ਸੁਣਨਾ, ਨਾ ਇਹਨੇ ਵੇਖਣਾ, ਨਾ ਹੀ ਇਹ ਸਿੱਧਾ ਖੜਾ ਹੋ ਸਕਦਾ। ਕਦੇ ਮੁਰਦਾ ਦੇਖਿਆ ਖੜਾ ਹੁੰਦਾ? ਨਹੀਂ। ਪਰਮਾਤਮਾ ਨੇ ਜਿਹੜਾ ਥੰਮਾ ਦਿੱਤਾ ਸੀ ਨਾ ਸਵਾਸਾਂ ਦਾ ਆਸਰਾ, ਜਦੋਂ ਉਹ ਸਵਾਸ ਹੀ ਮੁੱਕ ਗਏ ਤੇ ਫਿਰ ਇਹ ਸਰੀਰ ਖੜਾ ਨਹੀਂ ਹੋ ਪਾਏਗਾ। ਜੇ ਸਰੀਰ ਦਾ ਅੱਜ ਮਾਣ ਕਰਦਾ ਪਿਆ ਨਾ ਵੀ ਮੇਰੇ ਵਰਗਾ ਤਾਕਤ ਵਾਲਾ ਸਰੀਰ ਕੋਈ ਨਹੀਂ ਹੈ, ਮੇਰੇ ਵਰਗਾ ਸੋਹਣਾ ਕੋਈ ਨਹੀਂ ਹੈ, ਜਾਂ ਜਿਹੜੀਆਂ ਜ਼ਿੰਮੇਵਾਰੀਆਂ ਤਾਕਤਾਂ ਮੇਰੇ ਕੋਲ ਨੇ ਕਿਸੇ ਕੋਲ ਨਹੀਂ, ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਰੱਬ ਨੇ ਤੇਰੇ ਅੰਦਰ ਸਵਾਸਾਂ ਦੀ ਇਹ ਪਵਨ ਚਲਾਈ ਹੋਈ ਹੈ। ਜਦੋਂ ਸਾਹ ਰੂਪੀ ਥੰਮਾ ਰੱਬ ਨੇ ਖਿੱਚ ਲਿਆ ਨਾ ਥੱਲਿਓਂ ਸਰੀਰ ਦੇ ਵਿੱਚੋਂ, ਤੇ ਗੁਰਮੁਖਾ ਫਿਰ ਇਹ ਸਰੀਰ ਮਿੱਟੀ ਦੀ ਢੇਰੀ, ਫਿਰ ਇਹ ਕਾਹੇ ਜੋਗਾ ਨਹੀਂ ਰਹਿ ਜਾਣਾ। ਭਗਤ ਜੀ ਬਚਨ ਕਰਦੇ ਕਹਿਣ ਲੱਗੇ ਜਲ ਕੀ ਭੀਤ, ਪੰਜਾਂ ਤੱਤਾਂ ਦੀ ਇਹ ਕੰਧ ਹੈ ਤੇਰਾ ਸਰੀਰ, ਇਹ ਮਕਾਨ। ਇਹਦੇ ਵਿੱਚ ਪਵਨ ਕਾ ਥੰਬਾ, ਰੱਬ ਨੇ ਹਵਾ ਦਾ ਦੇ ਵਿੱਚ ਥੰਮਲਾ ਦੇ ਦਿੱਤਾ ਖਿਲਾਰਨ ਵਾਸਤੇ, ਖੜਾ ਕਰਨ ਵਾਸਤੇ। ਅੱਗੇ ਬਚਨ ਕਰਦੇ ਕਹਿਣ ਲੱਗੇ ਬਖਸ਼ਦੇ ਹਨ। ਰਕਤ ਬੁੰਦ ਕਾ ਗਾਰਾ, ਇਹ ਪਰਮਾਤਮਾ ਨੇ ਰਕਤ ਬੁੰਦ ਦਾ ਗਾਰਾ ਲਾ ਦਿੱਤਾ ਹੈ ਮਕਾਨ ਨੂੰ ਬਣਾਉਣ ਵਾਸਤੇ। ਹੁਣ ਕੰਧ ਬਣੀ ਹੋਵੇ ਨਾ ਗੁਰਮੁਖੋ, ਤੇ ਕੰਧ ਨੂੰ ਲਿਪਿਆ ਜਾਂਦਾ ਗਾਰੇ ਦੇ ਨਾਲ, ਗੋਹਾ ਵਿੱਚ ਪਾ ਕੇ, ਗੋਬਰ ਪਾ ਕੇ ਤੇ ਲਿਪਿਆ ਜਾਂਦਾ, ਕੰਧ ਦੂਰੋਂ ਸੋਹਣੀ ਲੱਗੇ। ਤੇ ਮਹਾਰਾਜ ਕਹਿਣ ਲੱਗੇ ਪਰਮਾਤਮਾ ਨੇ ਸਰੀਰ ਰੂਪੀ ਇਹ ਜਿਹੜਾ ਤੇਰਾ ਮਕਾਨ ਹੈ ਨਾ ਗੁਰਮੁਖਾ, ਇਹਨੂੰ ਚਮੜੇ ਦੇ ਨਾਲ ਪਰਮਾਤਮਾ ਨੇ ਲਿੰਬ ਦਿੱਤਾ, ਪੋਚ ਦਿੱਤਾ, ਉੱਪਰ ਸੋਹਣਾ ਚਮੜਾ ਲਾ ਦਿੱਤਾ। ਤੇ ਤੇਰੇ ਅੰਦਰ ਕੀ ਹੈ? ਤੇਰੇ ਅੰਦਰ ਤੇ ਲਹੂ ਹੈ, ਤੇਰੇ ਅੰਦਰ ਤੇ ਮਿੱਝ ਹੈ, ਤੇਰੇ ਅੰਦਰ ਤੇ ਹੱਡ ਨੇ। ਅੰਦਰੋਂ ਸਰੀਰ ਬੜਾ ਗੰਦਾ ਹੈ, ਕਿਤੇ ਉੱਤੋਂ ਚਮੜਾ ਪਟਿਆ ਜਾਵੇ ਨਾ, ਚਮੜੀ ਕਿਤੇ ਛਿੱਲੀ ਜਾਵੇ ਤੇ ਥੱਲਿਓ ਜ਼ਖਮ ਜਿਹੜਾ ਨਾ ਵੇਖਣ ਨੂੰ ਜੀ ਨਹੀਂ ਕਰਦਾ। ਇਹ ਤੇਰੇ ਸਾਰੇ ਸਰੀਰ ਦੀ ਅੰਦਰੋਂ ਹਾਲਤ ਇਸੇ ਤਰ੍ਹਾਂ ਦੀ ਹੈ। ਇਹ ਤੇ ਪਰਮਾਤਮਾ ਨੇ ਤੇਰੇ ਉੱਪਰ ਪੋਚਾ ਲਾ ਕੇ ਚਮੜੇ ਦਾ ਤੈਨੂੰ ਸੋਹਣਾ ਬਣਾ ਦਿੱਤਾ। ਤੇ ਜੇ ਕਿਤੇ ਉਹ ਚਮੜੇ ਦਾ ਪੋਚਾ ਨਾ ਲਾਉਂਦਾ ਤੇ ਮੱਖੀਆਂ ਨੇ ਤੈਨੂੰ ਨਹੀਂ ਸੀ ਬੈਠਣ ਦੇਣਾ। ਇਹ ਪਰਮਾਤਮਾ ਦੀ ਬਣਤਰ ਹੈ।
ਰਕਤ ਬੁੰਦ ਕਾ ਗਾਰਾ, ਮਾਤਾ ਦੀ ਰਕਤ ਤੇ ਪਿਤਾ ਦੇ ਬੁੰਦ ਬੀਰਜ ਤੋਂ ਇਹ ਬਣਿਆ ਤੇਰਾ ਸਰੀਰ ਰੂਪੀ ਮਕਾਨ ਹੈ, ਜਿਹਨੂੰ ਪ੍ਰਮਾਤਮਾ ਨੇ ਲਿੰਬ ਕੇ ਪੂਛ ਕੇ ਸੋਹਣਾ ਬਣਾ ਦਿੱਤਾ ਹੈ। ਮਾਣ ਕਿਹੜੀ ਗੱਲ ਦਾ ਕਰਦਾ? ਸਰੀਰ ਹੈ ਕੱਚਾ ਮਕਾਨ, ਇਹਦੇ ਵਿੱਚ ਸਵਾਸਾਂ ਦਾ ਥੰਮਾ ਹੈ, ਸਵਾਸ ਰੁਕੇ ਨਹੀਂ, ਥੰਮਾ ਟੁੱਟਿਆ ਨਹੀਂ। ਤੇ ਪਾਤਸ਼ਾਹ ਕਹਿਣ ਲੱਗੇ ਇਹਨੂੰ ਸਵਾਰਨ ਵਾਸਤੇ ਪ੍ਰਮਾਤਮਾ ਨੇ ਰਕਤ ਬੁੰਦ ਕਾ ਗਾਰਾ ਲਾ ਛੱਡਿਆ, ਬਿੰਦ ਤੋਂ ਬੀਰਜ ਤੋਂ ਅਤੇ ਰਕਤ ਖੂਨ ਤੋਂ ਇਹ ਤੇਰਾ ਸਰੀਰ ਬਣ ਗਿਆ, ਚਮੜੀ ਬਣ ਗਈ ਅਤੇ ਸਰੀਰ ਸੋਹਣਾ ਲੱਗਦਾ ਪਿਆ। ਮਾਨ ਨਾ ਕਰਿਆ ਕਰ, ਬਖਸ਼ਿਸ਼ ਕਰਦੇ ਹਨ। ਹਾੜ ਮਾਸ ਨਾੜੀ ਕੋ ਪਿੰਜਰ, ਇਹ ਜਿਹੜਾ ਸਰੀਰ ਹੈ ਨਾ ਗੁਰਮੁਖੋ ਹੱਡਾਂ ਦਾ, ਮਾਸ ਦਾ ਤੇ ਨਾੜੀਆਂ ਦਾ ਇੱਕ ਪਿੰਜਰਾ ਹੈ। ਜਿਵੇਂ ਪਿੰਜਰੇ ਦੇ ਵਿੱਚ ਕੈਦ ਕੀਤਾ ਜਾਂਦਾ ਨਾ ਕੈਦੀ ਨੂੰ, ਇਹ ਸਰੀਰ ਵੀ ਤੇਰਾ ਪਿੰਜਰਾ ਹੈ, ਕਿਉਂਕਿ ਇਹਦੇ ਵਿੱਚ ਆ ਕੇ ਆਤਮਾ ਦੀ ਤਾਕਤ ਘਟ ਜਾਂਦੀ ਹੈ। ਜਿਹੜੀ ਸਾਡੇ ਅੰਦਰ ਆਤਮਾ ਹੈ ਨਾ, ਇਹ ਆਤਮਾ ਦੀ ਤਾਕਤ ਬਹੁਤ ਜ਼ਿਆਦਾ ਹੈ, ਪਰ ਜਦੋਂ ਇਹ ਆਤਮਾ ਸਰੀਰ ਵਿੱਚ ਪੈ ਜਾਂਦੀ ਹੈ ਨਾ, ਫਿਰ ਆਤਮਾ ਦੀ ਤਾਕਤ ਘਟ ਜਾਂਦੀ ਹੈ, ਸਰੀਰ ਦੇ ਮੁਤਾਬਕ ਰਹਿ ਜਾਂਦੀ ਹੈ। ਹੁਣ ਸਰੀਰ ਉਹੀ ਹੈ ਜਿਹੜਾ ਪਹਿਲਵਾਨ ਦਾ ਹੈ, ਤੇ ਸਰੀਰ ਉਹੀ ਹੈ ਜਿਹੜਾ ਕਮਜ਼ੋਰ ਵਿਅਕਤੀ ਦਾ। ਆਤਮਾ ਸਾਰਿਆਂ ਵਿੱਚ ਉਹੀ ਹੈ, ਪਰਮਾਤਮਾ ਨੇ ਜਿਹੜੀ ਬਣਾਈ ਹੈ, ਪਰ ਸਰੀਰ ਦੀ ਤਾਕਤ ਜਿਹੜੀ ਹੈ ਨਾ, ਸਰੀਰ ਦੇ ਨਾਲ ਹੀ ਘਟਦੀ ਵੱਧਦੀ ਹੈ। ਸਰੀਰ ਤਗੜਾ ਵੱਡਾ ਹੈ ਤੇ ਉਹ ਪਹਿਲਵਾਨ ਬਣ ਗਿਆ, ਸਰੀਰ ਮਾੜਾ ਹੈ ਤੇ ਵਿਚਾਰਾ ਕਮਜ਼ੋਰ ਰਹਿ ਗਿਆ। ਆਤਮਾ ਦੀ ਤਾਕਤ ਤੇ ਬੜੀ ਬੁਲੰਦ ਹੈ, ਵਰਣਨ ਨਹੀਂ ਕੀਤੀ ਜਾ ਸਕਦੀ। ਆਤਮਾ ਇੰਨੀ ਤੇਜ਼ ਦੌੜ ਸਕਦੀ ਆ ਵੀ ਇੱਕ ਛਿਣ ਦੇ ਵਿੱਚ ਅੱਖ ਨੂੰ ਖੋਲ੍ਹਣ ਮੀਟਣ ਦੇ ਸਮੇਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਜਾਣ ਦੀ ਤਾਕਤ ਆਤਮਾ ਰੱਖਦੀ ਹੈ। ਪਰ ਜਦੋਂ ਇਹ ਆਤਮਾ ਸਰੀਰ ਵਿੱਚ ਪੈਂਦੀ ਹੈ ਨਾ, ਫਿਰ ਉਹ ਤਾਕਤ ਖਤਮ ਹੋ ਜਾਂਦੀ ਹੈ। ਫਿਰ ਤੇ ਸਰੀਰ ਹੌਲੀ ਹੌਲੀ ਚੱਲ ਕੇ ਜਾਏਗਾ ਤੇ ਉੱਥੇ ਪਹੁੰਚੇਗਾ। ਪਰ ਜਿਹੜੇ ਭੜਕਦੇ ਪਏ ਨਾ ਆਤਮਾਵਾਂ, ਜਿਹੜੀਆਂ ਸਰੀਰ ਤੋਂ ਬਾਹਰ ਭੜਕਦੀਆਂ ਪਈਆਂ, ਉਹਨਾਂ ਦੀ ਰਫ਼ਤਾਰ ਬੜੀ ਤੇਜ਼ ਹੋ ਜਾਂਦੀ ਹੈ, ਬੜੀ ਛੇਤੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ। ਪਰ ਇਹ ਸਰੀਰ ਦੇ ਵਿੱਚ ਆ ਕੇ ਆਤਮਾ ਦੀ ਤਾਕਤ ਘਟ ਜਾਂਦੀ ਹੈ, ਕਿਉਂਕਿ ਸਰੀਰ ਉਹਨਾਂ ਤਾਕਤ ਵਾਲਾ ਨਹੀਂ ਹੈ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਵੀ ਇਹ ਤੇ ਪਿੰਜਰਾ ਹੈ ਜਿਹਦੇ ਵਿੱਚ ਪ੍ਰਮਾਤਮਾ ਨੇ ਆਤਮਾ ਪਾ ਦਿੱਤੀ ਹੈ। ਹਾੜ ਮਾਸ ਨਾੜੀ, ਹੱਡਾ ਹੱਡ ਹੋ ਗਿਆ, ਮਾਸ ਹੋ ਗਿਆ ਤੇ ਨਾੜੀਆਂ ਹੋ ਗਈਆਂ। ਇਹਦੇ ਵਿੱਚ ਆ ਕੇ ਇਹ ਸਰੀਰ ਦੇ ਵਿੱਚ, ਸਰੀਰ ਰੂਪੀ ਪਿੰਜਰੇ ਦੇ ਵਿੱਚ ਪੰਛੀ ਵਸੈ ਵਿਚਾਰਾ। ਇਹ ਜੀਵ ਰੂਪੀ ਪੰਛੀ ਵਸਦਾ ਪਿਆ, ਜੀਵ ਰੂਪੀ ਪੰਛੀ ਰਹਿੰਦਾ ਪਿਆ। ਕਿਵੇਂ ਰਹਿੰਦਾ ਪਿਆ ਹੈ? ਇਹ ਰਹਿੰਦਾ ਇਸ ਤਰੀਕੇ ਦੇ ਨਾਲ ਪਿਆ ਕਿਉਂਕਿ ਪ੍ਰਮਾਤਮਾ ਨੇ ਸਰੀਰ ਰੂਪੀ ਪਿੰਜਰਾ ਬਣਾਇਆ ਹੋਇਆ, ਉਹਦੇ ਵਿੱਚ ਤੇਰਾ ਵਾਸਾ ਪ੍ਰਮਾਤਮਾ ਨੇ ਕੀਤਾ ਹੋਇਆ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਇਹ ਪ੍ਰਾਣੀ ਕਿਆ ਮੇਰਾ, ਇਹਦੇ ਵਿੱਚ ਤੇਰਾ ਕੀ ਹੈ ਤੇ ਮੇਰਾ ਕੀ ਹੈ? ਕਿਉਂ ਤੇਰ ਮੇਰ ਕਰਦਾ ਹੈ? ਤੇ ਸਰੀਰ ਵੀ ਤੇਰਾ ਨਹੀਂ। ਜੇ ਸਰੀਰ ਦੇ ਵਾਸਤੇ ਪਦਾਰਥਾਂ ਦੇ ਉੱਪਰ ਹੱਕ ਜਮਾਉਂਦਾ ਨਾ, ਆਹ ਘਰ ਮੇਰਾ, ਆਹ ਜਾਇਦਾਦ ਮੇਰੀ ਹੈ, ਆਹ ਰਿਸ਼ਤੇਦਾਰ ਮੇਰੇ, ਤੇ ਕਾਹਦੇ ਵਾਸਤੇ ਹੱਕ ਜਮਾਇਆ? ਸਰੀਰ ਕਰਕੇ। ਤੇ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਤੇ ਸਰੀਰ ਵੀ ਤੇਰਾ ਨਹੀਂ, ਜਿਹਦੇ ਵਾਸਤੇ ਤੂੰ ਹੱਕ ਜਮਾਉਂਦਾ ਪਿਆ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਇੱਥੇ ਮੇਰ ਤੇਰ ਹੰਕਾਰ ਵਿੱਚ ਆ ਕੇ ਕਿਉਂ ਕਰਦਾ ਹੈ? ਜੈਸੇ ਤਰਵਰ ਪੰਖ ਬਸੇਰਾ। ਮਹਾਰਾਜ ਕਹਿਣ ਲੱਗੇ ਭਾਈ, ਇਹ ਤੇ ਜਿਵੇਂ ਪੰਛੀ ਬੈਠਾ ਨਾ ਆ ਕੇ ਡਾਲੀ ਦੇ ਉੱਪਰ, ਤੇ ਉਹ ਰਾਤ ਬਤੀਤ ਕਰੇਗਾ ਤੇ ਇੱਥੋਂ ਉੱਡ ਜਾਵੇਗਾ। ਇਸੇ ਤਰ੍ਹਾਂ ਭਾਈ ਇਹ ਅਵਸਥਾ ਰੂਪੀ ਰਾਤ ਹੈ ਤੇ ਗ੍ਰਿਸਤ ਰੂਪੀ ਹੈ ਰੁੱਖ, ਜੀਵ ਰੂਪੀ ਪੰਛੀ ਇਹਦੇ ਤੇ ਆ ਕੇ ਬੈਠਾ। ਮਹਾਰਾਜ ਕਹਿਣ ਲੱਗੇ, ਗੁਰਬਾਣੀ ਦਾ ਫਰਮਾਨ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇਹ ਜਿਹੜਾ ਸੰਸਾਰ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਜੀਵ ਜਿਹੜੇ ਨੇ ਉਮਰਾਂ ਦੀ ਰਾਤ ਕੱਟਣ ਵਾਸਤੇ ਆਏ। ਬਿਰਖੇ ਹੇਤ ਸਭ ਜੰਤ ਇਕੱਠੇ। ਇਹ ਜਿਹੜਾ ਸੰਸਾਰ ਹੈ ਨਾ, ਇਹ ਇੱਕ ਰੁੱਖ ਹੈ, ਤੇ ਜਿਵੇਂ ਰੁੱਖ ਤੇ ਰਾਤ ਨੂੰ ਸ਼ਾਮ ਨੂੰ ਪੰਛੀ ਬੈਠਦੇ ਨਾ ਇਕੱਠੇ ਹੋ ਕੇ, ਚੀਂ ਚੀਂ ਦੀ ਆਵਾਜ਼ ਕਰਦੇ। ਮਹਾਰਾਜ ਕਹਿਣ ਲੱਗੇ ਸੰਸਾਰ ਤੇ ਭਾਈ ਰੁੱਖ ਹੈ। ਇਹ ਸੰਸਾਰ ਦੇ ਵਿੱਚ ਆਪਾਂ ਜਿੰਨੇ ਜੀਵ ਆ ਨਾ, ਸਾਰੇ ਆ ਕੇ ਬੈਠੇ ਆ। ਬਿਰਖੇ ਹੇਤ ਸਭ ਜੰਤ ਇਕੱਠੇ। ਜਿੰਨੇ ਜੀਵ ਜੰਤੂ ਨੇ ਵੱਡੇ ਤੇ ਛੋਟੇ, ਸੰਸਾਰ ਰੂਪੀ ਰੁੱਖ ਤੇ ਆ ਕੇ ਬੈਠੇ। ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਦੀ ਜ਼ੁਬਾਨ ਇੰਨੀ ਰੁੱਖੀ ਹੈ, ਆਵਾਜ਼ ਇੰਨੀ ਭਾਰੀ ਭੈੜੀ ਹੈ ਵੀ ਸੁਣਨ ਜੀ ਨਹੀਂ ਕਰਦਾ। ਜਿਵੇਂ ਕਾਂ ਦੀ ਆਵਾਜ਼ ਨੂੰ ਚੰਗਾ ਨਹੀਂ ਮੰਨਿਆ ਜਾਂਦਾ, ਹੋਰ ਵੀ ਕਈ ਐਸੇ ਪੰਛੀ ਜਿਨ੍ਹਾਂ ਦੀ ਆਵਾਜ਼ ਚੰਗੀ ਨਹੀਂ ਮੰਨੀ ਜਾਂਦੀ ਹੈ।
एक बोलन मिठे, एक वो ने जिहड़ा मिठा बोलदे, जिवें कोयल वर्गी आवाज़ है, कोयल बोलदी होवे सुनन नूं मन करदा। रब ने जबान दित्ती है, वक्खो वक्खरी आवाज़ दित्ती है, एक तत्ते एक बोलन मिठे। अगे महाराज कहन लगे अस्त अदूत भया उठ चले। रात ते बोलदियां गल्लां बातां करदियां लंघ गई, दिन चढ़िया, सूरज ने अपनी आके प्रकाश दिता, सूरज चढ़िया आकाश विच, सूरज ने विखाली दिती है। अस्त अदूत भया, अस्त नाम सूरज जदों अदूत कहिए प्रगट होया ना आकाश दे विच, अस्त अदूत भया उठ चले। जिन्ने जीव पंछी बैठे सन रुख ते सारियां ने उडारियां मारियां, कोई सज्जे कोई खब्बे, कोई उत्तर कोई दखन नूं उड्डिया। अस्त अदूत भया उठ चले, ज्यों ज्यों औध विहाणियां। महाराज कहते इसे तरह ये संसार है, आप जिन्ने जीव पंछी हाँ, जदों मौत का सूरज चढ़ेगा ना, तेरे समय का एंड हो जाएगा, तेरा समा जिहड़ा परमात्मा ने दिता मुक जाएगा। काल का सूरज चढ़ेगा तो संसार तो उठ के जाना पैना है। अस्त अदूत भया, काल रूपी सूरज चढ़िया, उठ चले। ये जीव फिर दुनिया नूं छड्ड के उठ के संसार तो तुर पैंदे। ज्यों ज्यों औध विहाणियां, औध नाम समा, जिन्ना जिन्ना किसी ने अपना समा परमात्मा तो लिखा के लैके आंदा है, जदों वो समा पूरा हो जाता है इस दुनिया तो जाना पवेगा। ज्यों ज्यों औध विहाणियां, मौला खेल करे सब आपे, एक कड्डे एक लहर व्यापे। ये मौला जिहड़ा जिन्हें धरती मौली है ना, बनाई है ना परमात्मा, ये भाई उहदियां खेडां ने। एक जीव ते वो पैदा कीते ਜਿਹੜੇ संसार ਵਿੱਚ फस गए, ਇੱਥੇ ही गोते खांदे पए, कदे किसी विकार ਵਿੱਚ, कदे किसी भावना ਵਿੱਚ, कदे किसी वैर विरोध ਦੇ ਨਾਲ ਇੱਥੇ दुनिया ਵਿੱਚ ही वार-वार आउंदे जन्म ਲੈ ਲੈ ਕੇ। ਤੇ ਇੱਕ ਉਹ ਨੇ ਜਿਨ੍ਹਾਂ ਨੇ ਭਾਣਾ ਮੰਨਿਆ, ਸਿਮਰਨ ਕੀਤਾ ਤੇ ਉਹਨਾਂ ਨੂੰ ਸੰਸਾਰ ਵਿੱਚੋਂ ਉਹਨੇ ਬਾਹਰ ਕੱਢ ਲਿਆ। ਇੱਕ ਕੱਢੇ ਇੱਕ ਲਹਿਰ ਵਿਆਪੇ, ਇੱਕ ਤੇ ਸੰਸਾਰ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੇ ਪਏ। ਇੱਕ ਉਹ ਨੇ ਜਿਨ੍ਹਾਂ ਨੂੰ ਨਾਮ ਬਾਣੀ ਦੇ ਕੇ, ਸਤ ਸੰਗਤ ਦੇ ਕੇ ਉਹਨੇ ਬਾਹਰ ਕੱਢ ਲਿਆ। ये ऐसा ये संसार परमात्मा ने बनाया है। सतगुरु पातशाह महाराज कहन लगे भाई बचन ये है, उपजै निपजै निपज समाई, नैनो देखत इहो जग जाई। उपजे पैदा होया, निपजै खत्म हो गया, खत्म होके फिर पैदा हो गया। नैनह देखत अखां नाल वेखदा पिया, अज फलाने दे भोग ते जाना, अज फलाने दे अंतिम संस्कार ते जाना, अज फलाना दुनिया छड्ड के तुर गया, अखां नाल वेखदा पिया। फरीदा इन्नी लोए नहीं देखदिया कीती चल गई। इन्हां अखां नाल वेखदिया पता नहीं किन्ने कू तुर गए संसार तो। दादे पड़दादे नाने मामे चाचे भरा पुत्र अखां नाल वेखदिया तुरे जांदे, उन्हां नूं मोढा दे के आप छड्ड के आया शमशान तक। उपजै निपजै निपज समाई, नैनह देखत इहो जग जाई। दुनिया जांदी वेखदा पिया। फरीदा इन्नी लोए नहीं देखदियां केती चल गई। चमड़े दी अखां दे नाल वेखदा पिया किन्ने कू मेरे नाल जां मेरे तो पहलां जन्म लैके आए ते तुर के काल दा भोजन बन के तुर गए। इन्नी लोए नहीं देखदियां केती चल गई। लोका आपो अपनी मैं अपनी पई, वेखदिया होया भी अपनी अपनी विच लगा, आ भी सांभ लवां, आ भी बना लवां। भगतां नूं फिक्र पै गया भी जिन्नी बंदगी करनी है कर लईए, किते मुड़ के समा नहीं मिलना। लाज ना मरहो कहो घर मेरा। कबीर साहब जी कहन लगे तैनूं लाज नहीं आउंदी, शर्म नहीं आउंदी। ये तैनूं पता भी किन्नी वारी मैं दुनिया ते आया तुर गया। बगाने घर नूं अपना घर कहना तो शर्म तो आउणी चाहिदी है ना। अपना घर आपदा होवे ते बंदा उहनूं हम्मे दावे नाल इह गल कहिंदा ये मेरा घर है, ये मेरे घर दा अता पता है। पर जे घर किसे दा होवे ते दूरों बाहरों विखाई जावे भी ओ बंगला मेरा है, जे पता लग जावे तो फिर अगला कहंदा भी शर्म नहीं तैनूं आउंदी घर ते किसे दा ते तूं अपना कही जांदा। महाराज कहन लगे इस तरह लाज ना मरहो कहो घर मेरा। दुनिया में आके आखदा मेरा घर है, मैं इत्थे रहन वाला,
ਤੂੰ ਦੁਨੀਆ ਵਿੱਚ ਰਹਿਣ ਵਾਲਾ ਤੇ ਹੈ ਨਹੀਂ, ਇੱਕ ਰਾਤ ਦਾ ਪ੍ਰਾਹੁਣਾ ਤੇ ਉਹ ਘਰ ਤੇ ਦਾਵਾ ਕਰੇਗਾ ਤੇ ਫਿਰ ਲੱਜਾ ਵਾਲੀ ਗੱਲ ਹੈ ਨਾ, ਸ਼ਰਮ ਵਾਲੀ ਗੱਲ ਹੈ ਨਾ। ਉਮਰਾਂ ਦੀ ਰਾਤ ਕੱਟਣ ਆਇਆ ਤੇ ਦਾਵਾ ਕਰਦਾ ਪਿਆ ਵੀ ਮੈਂ ਇੱਥੋਂ ਦਾ ਪੱਕਾ ਵਸਨੀਕ ਆ। ਅੰਤ ਕੀ ਬਾਰ ਨਹੀਂ ਕਿਛ ਤੇਰਾ, ਜਦੋਂ ਤੂੰ ਦੁਨੀਆ ਛੱਡ ਕੇ ਜਾਣੀ ਹੈ ਦਾਵਾ ਕਰਦਾ ਵੀ ਇੰਨੀ ਜ਼ਮੀਨ ਜਾਂ ਇੰਨੇ ਘਰਾਂ ਦਾ ਮੈਂ ਮਾਲਕ ਹਾਂ, ਇੰਨਿਆਂ ਦੇਸ਼ ਜਾਂ ਵਿਦੇਸ਼ ਦੇ ਵਿੱਚ ਮੇਰੀ ਇੰਨੀ ਜਗੀਰ ਹੈ, ਪਰ ਜਦੋਂ ਦੁਨੀਆ ਛੱਡ ਕੇ ਤੁਰਨੀ ਹੈ ਅੰਤ ਕੀ ਬਾਰ ਨਹੀਂ ਕਿਛ ਤੇਰਾ, ਅੰਤ ਵੇਲੇ ਤੇਰਾ ਕੁਝ ਨਹੀਂ ਹੈ। ਤੇਰੇ ਹੱਥ ਵਿੱਚ ਜੇ ਕੋਈ ਸੋਨੇ ਚਾਂਦੀ ਦਾ ਗਹਿਣਾ ਪਾਇਆ ਹੈ ਨਾ ਤੇ ਉਹ ਵੀ ਤੇਰਾ ਲੱਥ ਜਾਣਾ। ਜੇਬ ਦੇ ਵਿੱਚ ਜੇ ਕੋਈ ਰੋਕੜਾ ਰੁਪਈਆ ਪਿਆ ਨਾ ਤੇ ਉਹ ਵੀ ਮੁੱਕ ਜਾਣਾ, ਉਹ ਵੀ ਕੱਢ ਲਿਆ ਜਾਣਾ ਹੈ। ਅੰਤ ਕੀ ਬਾਰ ਨਹੀਂ ਕਿਛ ਤੇਰਾ, ਅਨਕ ਯਤਨ ਕਰ ਕਾਇਆ ਪਾਲੀ। ਜਿੰਨਾ ਚਿਰ ਬੰਦਾ ਜਿਉਂਦਾ ਹੈ ਨਾ ਤਾਂ ਬੜੀਆਂ ਖੁਰਾਕਾਂ ਦੇ ਨਾਲ ਸਰੀਰ ਪਾਲਦਾ। ਕਿਸੇ ਵੈਦ ਨੇ ਆਖਿਆ ਇਹ ਪਰਹੇਜ਼ ਕਰ ਲਿਆ, ਕਿਸੇ ਨੇ ਆਖਿਆ ਇਹ ਔਸ਼ਧੀ ਖਾ ਤੇ ਖਾ ਲਈ ਹੈ। ਦਵਾਈਆਂ ਵੀ ਵੈਦ ਹਕੀਮ ਨੂੰ ਪੁੱਛ ਕੇ ਖਾਂਦਾ ਹੈ, ਇਸੇ ਤਰ੍ਹਾਂ ਪਰਹੇਜ਼ ਵੀ ਉਹਨਾਂ ਨੂੰ ਪੁੱਛ ਕੇ ਕਰਦਾ ਹੈ। ਜਿਵੇਂ ਜਿਵੇਂ ਡਾਕਟਰ ਸਲਾਹ ਦਿੰਦਾ ਕਰਦਾ ਤੇ ਉਸੇ ਤਰ੍ਹਾਂ ਹੀ ਹੈ। ਸਰੀਰ ਨੂੰ ਪਾਲਦਾ ਪਿਆ ਹੈ, ਅਨਕ ਯਤਨ ਕਰ ਕਾਇਆ ਪਾਲੀ। ਸਰੀਰ ਨੂੰ ਪਾਲਦਾ ਤੇ ਬੜਾ ਸਾਂਭ ਕੇ ਹੈ ਵੀ ਇਹਨੂੰ ਦੁੱਖ ਨਾ ਆ ਜਾਵੇ, ਬਿਮਾਰ ਨਾ ਹੋ ਜਾਵੇ। ਤੇ ਪਾਤਸ਼ਾਹ ਕਹਿਣ ਲੱਗੇ ਮਰਤੀ ਬਾਰ ਅਗਨ ਸੰਗ ਜਾਲੀ। ਜਿਹਨੂੰ ਪਾਲਦਾ ਪਿਆ, ਪੂਸਦਾ ਪਿਆ, ਧਿਆਨ ਰੱਖਦਾ ਪਿਆ, ਮਰਨ ਦੀ ਢੇਰ ਹੈ। ਤੇਰੇ ਪਾਲੇ ਪੋਸੇ ਸਰੀਰ ਨੂੰ ਲੋਕਾਂ ਨੇ ਅੱਗ ਦੇ ਹਵਾਲੇ ਕਰਨਾ ਤੇ ਜਾਂ ਫਿਰ ਕਬਰ ਵਿੱਚ ਦਫਨਾਇਆ ਜਾਵੇਗਾ, ਉੱਥੇ ਕੀੜੇ ਖਾ ਜਾਣਗੇ। ਕੀੜਾ ਲੜਿਓ ਮਾਸ। ਪਹਿਲਾਂ ਤੇ ਪਾਲਿਆ ਸਰੀਰ ਨੂੰ ਚੰਗੀਆਂ ਖੁਰਾਕਾਂ ਦੇ ਕੇ ਜਾਂ ਸਾੜ ਦਿੱਤਾ ਗਿਆ ਤੇ ਜਾਂ ਕੀੜਿਆਂ ਦਾ ਭੋਜਨ ਬਣ ਗਿਆ। ਇਹ ਤੇਰਾ ਵਜੂਦ ਹੈ, ਇਹ ਤੇਰੀ ਅਸਲੀਅਤ ਹੈ। ਚੋਆ ਚੰਦਨ ਮਰਦਨ ਅੰਗਾ। ਆਪਣੇ ਸਰੀਰ ਦੇ ਉੱਪਰ ਚੁਆ ਕੇ ਚੰਦਨ ਤੇ ਉਹ ਮਲਦਾ, ਮਾਲਿਸ਼ ਕਰਦਾ ਨਹਾਉਣ ਤੋਂ ਪਹਿਲਾਂ ਤੇ ਨਹਾਉਣ ਤੋਂ ਬਾਅਦ ਵਿੱਚ ਫਿਰ ਮਾਲਿਸ਼ ਕਰਦਾ। ਸਰੀਰ ਨੂੰ ਖੂਬਸੂਰਤ ਬਣਾਉਣ ਵਾਸਤੇ, ਚਮੜੀ ਮੁਲਾਇਮ ਰਵੇ, ਨਰਮ ਰਵੇ ਤੇ ਸੋਹਣਾ ਲੱਗਾ। ਪਹਿਲਾਂ 20 ਮਾਲਿਸ਼ਾਂ ਕੀਤੀਆਂ ਤੇ ਬਾਅਦ ਵਿੱਚ ਕੈਮੀਕਲਾਂ ਵਾਲੇ ਮੰਗਾ ਕੇ ਵਸਤੂਆਂ ਬਾਜ਼ਾਰ ਦੇ ਵਿੱਚੋਂ, ਇਹ ਸ਼ੈਂਪੂ ਨਹਾਉਣ ਵਾਲਾ, ਇਹ ਮਾਲਿਸ਼ ਕਰਨ ਵਾਲਾ, ਇਹ ਵਾਲਾਂ ਨੂੰ ਚਮਕਾਉਣ ਵਾਲਾ, ਕਈ ਤਰ੍ਹਾਂ ਦੇ ਵਰਤਦਾ ਪਿਆ ਤੇਲ ਤੇ ਸਾਬਣ ਲਿਆ ਕੇ। ਮਹਾਰਾਜ ਕਹਿਣ ਲੱਗੇ ਵੀ ਸਰੀਰ ਨੂੰ ਸਜਾਇਆ ਤੇ ਬੜਾ, ਪਵਾਇਆ ਤੇ ਬੜਾ। ਚੋਆ ਚੰਦਨ ਮਰਦਨ ਅੰਗਾ। ਆਪਣੇ ਅੰਗਾਂ ਦੇ ਨਾਲ ਮਲਦਾ ਪਿਆ ਲਿਆ ਕੇ ਮਹਿੰਗੀਆਂ ਖੁਸ਼ਬੂ ਵਾਲੀਆਂ ਵਸਤੂਆਂ। ਸੋ ਤਨ ਜਲੈ ਕਾਠ ਕੈ ਸੰਗਾ। ਉਹ ਤੇਰਾ ਸਰੀਰ ਨਾ ਕਾਠ ਅੱਗਾਂ, ਲੱਕੜਾਂ ਦੀ ਅੱਗ ਦੇ ਵਿੱਚ ਸੜ ਜਾਣਾ ਜੇ ਸਰੀਰ ਨੂੰ ਸਾਂਭਿਆ ਹੋਇਆ, ਪਾਲਿਆ ਹੋਇਆ। ਤੇ ਮਹਾਰਾਜ ਜੀਆਂ ਦੇ ਬਚਨ ਖਰੇ ਨੇ। ਇਸੇ ਤਰ੍ਹਾਂ ਗੁਰਮੁਖੋ ਹੁੰਦਾ ਸੋ ਤਨ ਜਲੈ ਕਾਠ ਕੈ ਸੰਗਾ। ਤੇ ਮਹਾਰਾਜ ਕਹਿਣ ਲੱਗੇ ਕਹਿਤ ਕਬੀਰ ਸੁਨੋ ਰੇ ਗੁਨੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਇਹ ਬੰਦਿਆ ਸੋਹਣਾ, ਜਿਹੜਾ ਤੇਰਾ ਰੂਪ ਬਚਪਨ ਦੇ ਵਿੱਚ ਸੀ ਨਾ ਉਹ ਜਵਾਨੀ ਵਿੱਚ ਨਹੀਂ ਰਿਹਾ। ਮਾਂ ਬਾਪ ਵੀ ਇਹ ਗੱਲ ਕਹਿ ਦਿੰਦਾ ਵੀ ਇਹ ਬਚਪਨ ਵਿੱਚ ਬੜਾ ਸੋਹਣਾ ਸੀ, ਇਹਦਾ ਮਤਲਬ ਵੀ ਜਵਾਨੀ ਵਿੱਚ ਉਹ ਸੋਹਣਾ ਨਹੀਂ ਰਿਹਾ। ਰੂਪ ਬਿਨਸਿਆ ਨਾ, ਘਟਿਆ ਨਾ ਅੱਗੇ ਨਾਲੋਂ, ਉਹ ਸੁਹਾਪਾ ਨਹੀਂ ਨਾ ਰਹਿ ਗਿਆ। ਕਿਥੇ ਸਾਰੇ ਚੁੱਕਦੇ ਸਨ, ਚੁੰਮਦੇ ਸਨ, ਚੱਟਦੇ ਸਨ, ਲਾਡ ਕਰਦੇ ਸਨ। ਵੱਡਾ ਹੋ ਕੇ ਸੁਭਾਅ ਬਦਲ ਗਿਆ, ਬੋਲੀ ਬਦਲ ਗਈ ਆ। ਰੁੱਖਾ ਬੋਲਦਾ, ਮਾੜਾ ਬੋਲਦਾ, ਕਰਤੂਤਾਂ ਮਾੜੀਆਂ ਹੋ ਗਈਆਂ, ਸਾਰੇ ਨਫ਼ਰਤ ਕਰਨ ਲੱਗ ਪਏ। ਮਾਂ ਬਾਪ ਵੀ ਆਖ ਦਿੰਦੇ, ਭੈਣਾਂ ਭਰਾ ਵੀ ਆਖ ਦਿੰਦੇ ਵੀ ਉਹ ਨਹੀਂ ਰਹਿ ਗਿਆ ਜਿਹੜਾ ਬਚਪਨ ਦੇ ਵਿੱਚ। ਤੇ ਜਿਹੜਾ ਜਵਾਨੀ ਦੇ ਵਿੱਚ ਹੈ, ਜਦੋਂ ਬੁੱਢਾ ਹੋ ਜਾਏਗਾ ਨਾ, ਬਜ਼ੁਰਗ ਹੋ ਜਾਏਗਾ, ਤੇ ਸਰੀਰ ਦੀ ਖੂਬਸੂਰਤੀ ਫਿਰ ਉਹ ਜਵਾਨੀ ਵਾਲੀ ਵੀ ਨਹੀਂ ਰਹੇਗੀ। ਕਿਤੇ ਦਗਦਾ ਕਰਦਾ ਲਾਲ ਚਿਹਰਾ, ਕਿਤੇ ਫਿਰ ਝੁਰੜੀਆਂ ਪੈ ਜਾਣਗੀਆਂ, ਗੋਡੇ ਮੋਢੇ ਪੀੜ ਕਰਨ ਲੱਗ ਪੈਣਗੇ। ਸਰੀਰ ਜਿਹੜਾ ਹੈ ਨਾ ਸਵਾਉਣ ਦਾ, ਸਜਾਉਣ ਦਾ, ਫਮਾਉਣ ਦਾ ਆਪਣੇ ਕੋਲ ਵੀ ਟਾਈਮ ਨਹੀਂ ਰਹਿਣਾ। ਆਖਣਾ ਵੀ ਜਿਹੋ ਜਿਹੀ ਪੱਗ ਬੱਝ ਗਈ ਹੈ ਠੀਕ ਹੈ, ਜਿਹੋ ਜਿਹਾ ਗਲ ਵਿੱਚ ਕੱਪੜਾ ਪਾ ਲਿਆ ਠੀਕ ਹੈ। ਜਵਾਨੀ ਦੇ ਵਿੱਚ ਤੇ ਕਹਿੰਦਾ ਵੀ ਤਰੀਜ ਜਿਹੜੀ ਹੈ ਨਾ ਕੱਪੜੇ ਦੀ ਉਹ ਟੇਢੀ ਨਹੀਂ ਹੋਣੀ ਚਾਹੀਦੀ, ਤੇ ਕੱਪੜਾ ਚਮਕਣਾ ਚਾਹੀਦਾ, ਤੇ ਮਹਿੰਗਾ ਹੋਣਾ ਚਾਹੀਦਾ, ਸੋਹਣਾ ਲੱਗਾ। ਸਰੀਰ ਉਹੀ ਹੈ ਪਰ ਹੁਣ ਬੁੱਢਾ ਹੋ ਗਿਆ, ਹੁਣ ਕਹਿੰਦਾ ਕੋਈ ਗੱਲ ਨਹੀਂ, ਜਿਹੋ ਜਿਹਾ ਹੈਗਾ ਲਿਆਓ ਪਾ ਲਈਏ, ਮੈਨੂੰ ਕਿਹੜਾ ਵੇਖਣਾ ਕਿਸੇ। ਇਹ ਜਾਣਦਾ ਹੈ ਮਨ ਦੇ ਵਿੱਚ ਵੀ ਹੁਣ ਮੈਂ ਦੁਨੀਆ ਦੇ ਵਿਖਾਵੇ ਵਾਸਤੇ ਰਹਿ ਨਹੀਂ ਗਿਆ, ਮੇਰਾ ਉਹ ਰੂਪ ਰਹਿ ਨਹੀਂ ਗਿਆ ਜਿਹੜਾ ਜਵਾਨੀ ਦੇ ਵਿੱਚ ਸੀ। ਆਪਣੇ ਆਪ ਨੂੰ ਵੀ ਪਤਾ ਤੇ ਦੁਨੀਆ ਨੂੰ ਵੀ ਪਤਾ। ਮਹਾਰਾਜ ਕਹਿਣ ਲੱਗੇ
ਕਹਿਤ ਕਬੀਰ ਸੁਨੋ ਰੇ ਗੁਨੀਆਂ ਬਿਨਸੈ ਗੋ ਰੂਪ। ਇਹ ਤੇਰਾ ਸੋਹਣਾ ਰੂਪ ਨਾਸ ਹੋਣਾ, ਦੇਖੈ ਸਭ ਦੁਨੀਆ, ਸਾਰੀ ਦੁਨੀਆ ਦੇ ਵੇਖਦਿਆਂ ਇਹ ਕੁਝ ਹੋਣਾ ਹੈ। ਤੇ ਮਹਾਰਾਜ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਭਾਈ ਤੂੰ ਇਹ ਜਿਹੜਾ ਸਰੀਰ ਨੂੰ ਸ਼ਿੰਗਾਰਦਾ ਪਿਆ ਨਾ, ਲੜਦਾ ਪਿਆ ਨਾ, ਇਹ ਤੇਰਾ ਸਰੀਰ ਨਾਸ ਹੋ ਜਾਣਾ ਹੈ। ਇਹਦੇ ਮੋਹ ਤੋਂ ਪਰੇ ਨਿਕਲੋ ਗੁਰਮੁਖਾ, ਨਾਮ ਨੂੰ ਜਪ ਜਿੰਨਾ ਜਪਿਆ ਜਾਂਦਾ, ਬਾਣੀ ਪੜ੍ਹ ਲੈ ਜਿੰਨੀ ਪੜ੍ਹੀ ਜਾਂਦੀ ਹੈ, ਭਲਾ ਕਰ ਆਪਣਾ। ਇਸ ਸੰਸਾਰ ਦੇ ਮੋਹ ਦੇ ਵਿੱਚ ਨਾ ਪੈ। ਇੱਥੇ ਤੇ ਬੜੇ ਬੜੇ ਸੋਹਣੇ ਆਏ ਦੁਨੀਆ ਦੇ ਵਿੱਚ, ਜਿਹੜੇ ਆਖਦੇ ਸਨ ਵੀ ਚੰਦਰਮਾ ਵੀ ਸਾਡੇ ਸਾਹਮਣੇ ਫਿੱਕਾ ਲੱਗਦਾ ਹੈ, ਪਰ ਉਹ ਦੁਨੀਆ ਤੇ ਕਿਸੇ ਨੇ ਵੇਖੇ ਨਹੀਂ। ਬਾਬਾ ਫਰੀਦ ਸਾਹਿਬ ਜੀਆਂ ਦੇ ਬਚਨ ਕਹਿਣ ਲੱਗੇ, ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਠ। ਕਦੇ ਕੋਈ ਸਮਾਂ ਸੀ ਜਿਨ੍ਹਾਂ ਅੱਖਾਂ ਨੇ ਦੁਨੀਆ ਮੋਹ ਛੱਡੀ ਹੈ। ਦੁਨੀਆ ਆਖਦੀ ਸੀ ਵੀ ਇਹਦੀਆਂ ਅੱਖਾਂ ਬੜੀਆਂ ਸੋਹਣੀਆਂ, ਪਰ ਅੱਜ ਉਹ ਸਮਾਂ ਆ ਗਿਆ, ਉਹ ਅੱਖਾਂ ਦੇ ਵਿੱਚ ਪਾਣੀ ਵਗਦਾ ਪਿਆ, ਅੱਖਾਂ ਨੂੰ ਐਨਕ ਲੱਗ ਗਈ ਹੈ, ਅੱਖਾਂ ਵਿੱਚੋਂ ਗਿੱਡ ਨਿਕਲਦੀ ਪਈ ਹੈ, ਉਹਦੇ ਕੋਲ ਬੈਠਣ ਨੂੰ ਕੋਈ ਤਿਆਰ ਨਹੀਂ। ਸਰੀਰ ਉਹੀ ਹੈ, ਅੱਖਾਂ ਉਹੀ ਜਿਹੜੀਆਂ ਜਵਾਨੀ ਵੇ ਜਗਦੀਆਂ ਸਨ, ਉਹੀ ਨੇ ਜਿਹੜੀਆਂ ਬੁਢੇਪੇ ਵੇ ਜਗਦੀਆਂ ਪਈਆਂ, ਫਰਕ ਪੈ ਗਿਆ ਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਤੇਰੀ ਹਾਲਤ ਬਣ ਜਾਣੀ ਹੈ। ਰਹਾਓ ਰਾਖੋ ਕੰਧ ਉਸਾਰੋ ਨੀਵਾ। ਮਹਾਰਾਜ ਕਹਿਣ ਲੱਗੇ ਰਾਖੋ ਨੀਵਾ, ਨੀਵੀਆਂ ਰੱਖ ਰੱਖ ਕੇ ਕੰਧਾਂ, ਨੀਵੀਂ ਨੀਂਹ ਪੁੱਟਦਾ, ਕਾਰੀਗਰ ਬੁਲਾਉਂਦਾ, ਮਿਸਤਰੀ ਬੁਲਾ ਲੈਂਦਾ, ਠੇਕੇਦਾਰ ਬੁਲਾ ਲੈਂਦਾ, ਚੰਗੀ ਤਰ੍ਹਾਂ ਥੱਲੇ ਨੀਂਹ ਪੱਟੀ ਜਾਵੇ, ਨੀਂਹ ਨੂੰ ਆਪ ਜਾ ਕੇ ਵੇਖਦਾ, ਥੱਲੇ ਪੱਥਰ ਪਾਇਆ ਜਾਵੇ, ਥੱਲੇ ਸੀਮੈਂਟ ਪਾਇਆ ਜਾਵੇ, ਚੰਗੀ ਡੂੰਘੀ ਨੀਂਹ ਰੱਖੀ ਜਾਵੇ। ਤੇ ਫਿਰ ਪਾਤਸ਼ਾਹ ਕਹਿਣ ਲੱਗੇ ਉਸਾਰੋ ਕੰਧ, ਉੱਚੀਆਂ ਉੱਚੀਆਂ ਕੰਧਾਂ ਬਣਾਉਂਦਾ ਵੀ ਮੇਰਾ ਮਕਾਨ ਦੂਜੇ ਨਾਲੋਂ, ਗੁਆਂਢੀਆਂ ਨਾਲੋਂ ਉੱਚਾ ਲੱਗੇ, ਮਜ਼ਬੂਤੀ ਵਾਲਾ ਹੋਵੇ। ਕਹਿਣ ਲੱਗੇ ਮਕਾਨ ਬਣਾਉਣ ਲੱਗਿਆਂ ਤੇ ਬੜੀਆਂ ਧਿਆਨ ਰੱਖਦਾ ਵੀ ਕੰਧਾਂ ਡੂੰਘੀਆਂ ਹੋਣ, ਨੀਵੀਆਂ ਹੋਣ, ਨੀਆਂ ਤੇ ਕੰਧਾਂ ਉੱਚੀਆਂ ਹੋਣ, ਐਸਾ ਮੇਰਾ ਸੋਹਣਾ ਮਕਾਨ ਬਣੇ। ਮਕਾਨ ਬਣਾਉਣ ਵਾਸਤੇ ਤੇ ਐਸੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਧਿਆਨ ਰੱਖਦਾ ਹੈ। ਸਾਡੇ ਤੀਨ ਹੱਥ ਤੇਰੀ ਸੀਮਾ। ਪਰ ਬੰਦਿਆ ਤੇਰੀ ਜਿਹੜੀ ਸੀਮਾ ਹੈ ਨਾ, ਉਹ ਕੇਵਲ 3.5 ਹੱਥ ਦੀ ਹੈ। ਜਦੋਂ ਮਰ ਕੇ ਧਰਤੀ ਤੇ ਲੰਮੇ ਪੈਣਾ ਨਾ, ਤੇ ਗੁਰਮੁਖੋ ਜਿੰਨਾ ਕਿਸੇ ਦਾ ਕੱਦ ਹੋਵੇ, ਜੇ ਕੋਈ ਬਹੁਤਾ ਲੰਮਾ ਹੈ, ਜੇ ਕੋਈ ਬਹੁਤਾ ਮਧਰਾ ਹੈ, ਜਿੰਨਾ ਕਿਸੇ ਦਾ ਕੱਦ ਹੋਵੇ ਨਾ, ਉਹਦੇ ਕੱਦ ਦੇ ਤੇ ਉਹਦੇ 3.5 ਹੱਥਾਂ ਦੀ ਜਗ੍ਹਾ ਚਾਹੀਦੀ ਹੈ। ਤੇ ਮਹਾਰਾਜ ਕਹਿਣ ਲੱਗੇ ਕਾਰਜ 3.5 ਹੱਥ, ਘਣੀ ਤਾਂ ਪੌਣੇ 4, 3.5 ਹੱਥ ਜਗ੍ਹਾ ਦੇ ਵਿੱਚ ਤੈਨੂੰ ਖਤਮ ਕੀਤਾ ਜਾਣਾ। ਬਹੁਤੀ ਗੱਲ ਹੋਈ ਤੇ ਪੌਣੇ 4 ਹੋ ਜਾਣਗੇ, ਇਦੋਂ ਵੱਧ ਜਗ੍ਹਾ ਨਹੀਂ ਮਿਲਣੀ ਦੁਨੀਆ ਛੱਡਣ ਲੱਗਿਆ। ਭਾਵੇਂ ਕਬਰ ਖੋਦੀ ਗਈ ਹੈ ਤੇ ਭਾਵੇਂ ਲੱਕੜਾਂ ਚਿੜੀਆਂ ਗਈਆਂ ਨੇ, ਜਗ੍ਹਾ ਇੰਨੀ ਮਿਲਣੀ ਹੈ 3.5 ਹੱਥ। ਲੰਮੀ ਕੰਧ ਬਣਾਉਣ ਵਾਲਿਆ, ਉੱਚੀ ਕੰਧ ਬਣਾਉਣ ਵਾਲਿਆ, ਮਜ਼ਬੂਤੀ ਨਾਲ ਨੀਆਂ ਭਰਨ ਵਾਲਿਆ, ਤੇਰੀ ਇੰਨੀ ਕੁ ਜਗ੍ਹਾ ਹੈ ਵੀ 3.5 ਹੱਥ ਤੇਰੀ ਸੀਮਾ। ਤੇਰੀ ਸੀਮਾ ਕੇਵਲ 3.5 ਹੱਥ ਦੀ ਹੈ। ਇੰਨਾ ਕੁ ਤੇਰਾ ਧਰਤੀ ਤੇ ਟੁਕੜਾ ਹੈ ਤੇਰੇ ਵਾਸਤੇ, ਜਿੱਥੇ ਤੈਨੂੰ ਸਾਂਭਿਆ ਜਾਣਾ ਹੈ। ਮਾਨ ਨਾ ਕਰਿਆ ਕਰ। ਬੰਕੇ ਬਾਲ ਭਾਗ ਸਿਰ ਡੇਰੀ। ਮਹਾਰਾਜ ਕਹਿਣ ਲੱਗੇ ਬੰਕੇ ਬਾਲ, ਬੜੇ ਬੜੇ ਸੋਹਣੇ ਵਾਲ, ਤੇ ਫਿਰ ਉਹਨਾਂ ਵਾਲਾਂ ਨੂੰ ਸਵਾਰਦਾ ਬੜਾ ਹੈ। ਕਈ ਤਰ੍ਹਾਂ ਦੇ ਉਹ ਵਾਲਾਂ ਦੇ ਫੈਸ਼ਨ ਬਣਾਉਂਦਾ। ਜਿੰਨੇ ਵਾਲ ਰੱਖੇ ਨੇ ਨਾ, ਉਹ ਵਾਲਾਂ ਨੂੰ ਟੇਢਾ ਵਾਹ ਕੇ, ਟੇਢਾ ਵਿੱਚ ਉਹਦੇ ਚੀਰ ਕੱਢ ਕੇ ਤੇ ਬਣਾ ਕੇ ਵਿਖਾਉਂਦਾ ਮੇਰੇ ਵਾਲ ਬੜੇ ਸੋਹਣੇ। ਜਿਹਦੇ ਲੰਮੇ ਨੇ ਉਹ ਲੰਮੇ ਵਾਲਾਂ ਦਾ ਨੁਮਾਇਸ਼ ਕਰਦਾ ਵੀ ਆਹ ਵੇਖੋ ਮੇਰੇ ਲੰਮੇ ਵਾਲ ਤੇ ਬੜੇ ਚਮਕੀਲੇ ਨੇ, ਵਿਖਾਉਂਦਾ। ਕੋਈ ਪੱਫ ਬਣਾਉਂਦਾ ਪਿਆ ਵੀ ਆਹ ਵੇਖੋ ਮੇਰੇ ਵਾਲ ਬੜੇ ਖੜੇ ਹੋ ਸਕਦੇ, ਆਪਣੇ ਵਾਲਾਂ ਨੂੰ ਸ਼ਿੰਗਾਰਦਾ। ਤੇ ਜਿਹੜੇ ਘੋਣ ਮੋਹਨ ਨੇ ਜਿਨ੍ਹਾਂ ਨੇ ਕੱਟੇ ਹੋਏ ਪਿੱਛੇ ਉਹ ਵੀ ਨਹੀਂ ਹਟੇ, ਕਹਿਣ ਲੱਗੇ ਵੀ ਆਹ ਸਾਡੀ ਗਾਂਧੀ ਕਟਿੰਗ ਕੀਤੀ ਹੋਈ ਹੈ, ਆ ਫੌਜੀ ਕਟਿੰਗ ਕੀਤੀ, ਉਹਨਾਂ ਨੇ ਕਟਿੰਗ ਦੇ ਨਾਮ ਰੱਖ ਲਏ ਤੇ ਸਿਰ ਦੇ ਵਿੱਚ ਚੀਰੇ ਪਵਾ ਲਏ ਕਟਿੰਗ ਕਰਾ ਕਰਾ ਕੇ। ਮਹਾਰਾਜ ਕਹਿਣ ਲੱਗੇ ਆਪਣੇ ਵਾਲਾਂ ਨੂੰ ਬੜਾ ਸਵਾਰ ਕੇ ਫਵਾਉਂਦਾ ਹੈ, ਮਹਿੰਗੇ ਮਹਿੰਗੇ ਲੋਸ਼ਨ ਲਾ ਕੇ, ਸ਼ੈਂਪੂ ਲਾ ਕੇ ਚਮਕਾਉਂਦਾ। ਬੰਕੇ ਬਾਲ, ਇਹ ਜਿਹੜੇ ਬਾਲ ਨੇ ਨਾ ਤੇਰੇ ਕੇਸ, ਇਹਨਾਂ ਨੂੰ ਬੜੀ ਸੁੰਦਰਤਾਈ ਬਣਾਉਂਦਾ ਹੈ। ਇੱਥੇ ਹੀ ਬਸ ਨਹੀਂ, ਫਿਰ ਪਾਗ ਸਿਰ ਡੇਰੀ। ਜਦੋਂ ਪੱਗ ਬਣਦਾ ਨਾ, ਤਾਂ ਫਿਰ ਟੇਢੀ ਜੀ ਪੱਗ ਬਣਦਾ ਵੀ ਦੁਨੀਆ ਤੇ ਸਿੱਧੀ ਬਣਦੀ ਹੈ, ਪਰ ਮੈਂ ਦੁਨੀਆ ਨਾਲੋਂ ਥੋੜ੍ਹੀ ਵੱਖਰੀ ਪੱਗ ਦੀ ਰੂਪ ਰੇਖਾ ਦੇਵਾਂ। ਪੱਗ ਮੇਰੀ ਟੇਢੀ ਲੱਗੇ, ਮੈਂ ਲੱਗਾ ਵੇਖਣ ਨੂੰ ਵੀ ਵਾਕਿਆ ਬਦਮਾਸ਼ ਹਾਂ, ਮੈਂ ਵੇਖਣ ਨੂੰ ਲੱਗਾ ਵੀ ਵਾਕਿਆ ਮੈਂ ਕੋਈ
ਚੰਗਾ ਵਿਅਕਤੀ ਹਾਂ, ਦੂਜਿਆਂ ਦੇ ਨਾਲੋਂ ਮੈਂ ਵੱਖਰਾ ਜਾਪਦਾ ਹਾਂ। ਪੱਗ ਬੰਨ੍ਹਣ ਦਾ ਸਟਾਈਲ ਰੋਜ਼ ਬਦਲ ਲੈਂਦਾ ਹੈ। ਉਹਦਾ ਨਾਂ ਰੱਖ ਦਿੱਤਾ ਗਿਆ ਹੈ ਫਲਾਣੀ ਪੱਗ ਹੈ, ਫਲਾਣੀ ਪੱਗ ਹੈ। ਕਦੇ ਪੱਲਾ ਲੜ ਛੱਡ ਦਿੰਦਾ ਹੈ, ਭਗਤ ਸਿੰਘ ਵਾਲੀ ਬੰਨ੍ਹ ਲਈ ਹੈ, ਕਦੇ ਦੂਜੀ ਤੀਜੀ ਬੰਨ੍ਹ ਕੇ ਆਖਦਾ ਹੈ ਪਟਿਆਲਾ ਸ਼ਾਹੀ ਬੰਨ੍ਹ ਲਈ ਹੈ। ਪੱਗ ਨੂੰ ਬੰਨ੍ਹਣ ਦਾ ਵੱਖਰਾ ਵੱਖਰਾ ਤਰੀਕਾ ਹੈ ਅਤੇ ਬੰਨ੍ਹ ਬੰਨ੍ਹ ਕੇ ਵਿਖਾਉਂਦਾ ਆਪਣਾ ਸੁਹੱਪਣ ਬਣਾਉਣ ਵਾਸਤੇ, ਗੱਲ ਟੌਰ ਬਣਾਉਣ ਦੀ ਹੈ। ਅਤੇ ਕਦੇ ਪੱਗ ਦੇ ਪੱਲੇ ਨੂੰ ਮਾਇਆ ਲਾ ਲੈਂਦਾ ਵੀ ਤੁਰਲਾ ਤਾਂ ਨੂੰ ਛੱਡਿਆ ਰਵੇ, ਜਿਵੇਂ ਪਹਿਲਾਂ ਗਾਉਣ ਵਾਲੇ ਛੱਡਦੇ ਸਨ। ਮਹਾਰਾਜ ਕਹਿਣ ਲੱਗੇ ਬਚਨ ਇਹ ਆ ਗੁਰਮੁਖਾ, ਪਾਗ ਸਿਰ ਡੇਰੀ, ਟੇਢੀਆਂ ਪੱਗਾਂ ਬੰਨ੍ਹਦਾ, ਟੇਢੇ ਵਾਲ ਵਾਹੁੰਦਾ, ਸੋਹਣਾ ਲੱਗਣ ਵਾਸਤੇ, ਟੌਰ ਬਣਾਉਣ ਵਾਸਤੇ ਐਸਾ ਸਾਰਾ ਕੁਝ ਕਰਦਾ ਹੈ। ਇਹੋ ਤਨ ਹੋਏਗੋ ਭਸਮ ਕੀ ਢੇਰੀ। ਪਰ ਇਹ ਗੱਲ ਭੁੱਲ ਗਿਆ, ਜਿੱਦਣ ਸਰੀਰ ਛੱਡਿਆ ਜਾਣਾ ਨਾ, ਉਦਨੇ ਟੇਢੀ ਪੱਗ ਸਿਰ 'ਤੇ ਰਹਿਣੀ ਕੋਈ ਨਹੀਂ ਹੈ, ਕਿਉਂਕਿ ਆਪ ਤਾਂ ਬੰਨ੍ਹ ਨਹੀਂ ਸਕਣੀ ਅਤੇ ਦੂਜੇ ਦੇ ਹੱਥ ਦੀ ਬੱਧੀ ਪਸੰਦ ਨਹੀਂ ਆਉਣੀ। ਫਿਰ ਤਾਂ ਮਾੜਾ ਮੋਟਾ ਸਿਰ 'ਤੇ ਬਲਾਵਾਂ ਹੀ ਮਾਰਿਆ ਜਾਣਾ ਕੱਪੜੇ ਦੇ ਨਾਲ, ਇੱਕ ਫਰਜ਼ ਪੂਰਾ ਕੀਤਾ ਜਾਣਾ ਵੀ ਸਿਰ ਨੰਗਾ ਨਾ ਰਵੇ। ਪਰ ਉਹ ਪੱਗ ਨਹੀਂ ਬੱਧਣੀ ਜਿਹੜੀ ਤੂੰ ਸੀਸੇ 'ਚ ਖਲੋ ਖਲੋ ਕੇ ਬਣਦਾ ਰਿਹਾ। ਬੜੀ ਟੇਢੀ ਬੱਧੀ ਹੈ ਨਾ, ਸਿੱਧੀ ਬੱਧੀ ਹੈ ਨਾ, ਵੱਖ ਵੱਖ ਫੈਸ਼ਨਾਂ ਦੇ ਵੱਖ ਵੱਖ ਰੰਗਾਂ ਦੀ ਬੱਧੀ ਹੈ। ਪਰ ਜਿਸ ਦਿਨ ਤੇਰਾ ਅੰਤਮ ਯਾਤਰਾ ਤੁਰਨੀ ਹੈ ਨਾ ਘਰ ਤੋਂ ਬਾਹਰ ਨੂੰ, ਉਹ ਫਿਰ ਉਹ ਪੱਗ ਨਹੀਂ ਬੱਧੀ ਜਾਣੀ ਕਿਸੇ ਦੇ ਕੋਲੋਂ। ਫਿਰ ਤਾਂ ਮਾੜਾ ਮੋਟਾ ਸਿਰ 'ਤੇ ਬਲਾਵਾਂ ਜਿਹਾ ਵੱਜੇਗਾ 2 ਗਜ ਕੱਪੜੇ ਦਾ। ਮਹਾਰਾਜ ਕਹਿਣ ਲੱਗੇ ਸਰੀਰ ਦੇ ਉੱਪਰ ਸੋਹਣੀ ਪੱਗ ਬੰਨ੍ਹਣ ਵਾਲਿਆ, ਲੰਮੇ ਲੰਮੇ ਕੇਸਾਂ ਨੂੰ ਦੁਨੀਆ ਨੂੰ ਵਿਖਾਉਣ ਵਾਲਿਆ, ਕੇਸਾਂ ਦੀ ਬੜੀ ਬੜੀ ਬਣਤਰ ਬਣਾਉਣ ਵਾਲਿਆ, ਇਹ ਸਭ ਕੁਝ ਤੇਰਾ ਮੁੱਕ ਜਾਣਾ ਹੈ। ਇਹੋ ਤਨ ਹੋਏਗੋ ਭਸਮ ਕੀ ਢੇਰੀ। ਇਹ ਸਰੀਰ 'ਤੇ ਭਸਮ ਸੁਆਹ ਦੀ ਇੱਕ ਢੇਰੀ ਬੋਰੇ ਵਿੱਚ ਥੈਲੇ ਵਿੱਚ ਪੈ ਜਾਣਾ ਇਹ ਸਾਰਾ ਸਰੀਰ। ਅੱਜ ਆਖਦਾ ਨਾ ਮੇਰਾ ਕੱਦ ਕਾਠ ਬੜਾ ਲੰਮਾ ਹੈ, ਮੈਨੂੰ ਤਾਂ ਕਿਸੇ ਦਾ ਕੱਪੜਾ ਜਾਂ ਜੁੱਤੀ ਪੂਰੀ ਨਹੀਂ ਆਉਂਦੀ, ਮੇਰੇ ਹੱਡ ਪੈਰ ਬੜੇ ਖੁੱਲ੍ਹੇ ਨੇ। ਇਹ ਉਹਨਾਂ ਚਿਰ ਹੀ ਖੁੱਲ੍ਹੇ ਨੇ ਜਿੰਨਾ ਚਿਰ ਪ੍ਰਮਾਤਮਾ ਦੀ ਤੇਰੇ 'ਤੇ ਮਿਹਰ ਹੈ। ਅਤੇ ਜਿੱਦਣ ਮਿਹਰ ਉਹਦੀ ਮੁੱਕ ਗਈ ਨਾ, ਉਦਣ ਐਡਾ ਵੱਡਾ ਸਰੀਰ ਇੱਕ ਨਿੱਕੇ ਜਿਹੇ ਥੈਲੇ ਵਿੱਚ ਹੀ ਪੈ ਜਾਣਾ। ਉੱਥੇ ਹੱਡ ਵੀ ਪੂਰੇ ਆ ਜਾਣੇ, ਪੈਰ ਵੀ ਪੂਰੇ ਆ ਜਾਣੇ, ਸਭ ਕੁਝ ਉੱਥੇ ਪੂਰਾ ਆ ਜਾਣਾ। ਇਹੋ ਤਨ ਹੋਏਗੋ ਭਸਮ ਕੀ ਢੇਰੀ। ਇਹ ਸਰੀਰ ਨੇ ਇੱਕ ਦਿਨ ਸੁਆਹ ਦੀ ਢੇਰੀ ਹੋਣਾ ਹੈ। ਨਾਮ ਜਪ, ਆਪਣੇ ਸਰੀਰ ਨੂੰ ਸਫਲਾ ਕਰਨਾ ਕਰ। ਉੱਚੇ ਮੰਦਰ ਸੁੰਦਰ ਨਾਰੀ। ਸੋਹਣੇ ਸੋਹਣੇ ਮੰਦਰ ਬਣਾ ਲੈ। ਮੰਦਰ ਨਾਮ ਗੁਰਮੁਖੋ ਪੱਕੇ ਘਰਾਂ ਦਾ ਹੈ। ਪੱਕੇ ਘਰ ਬਣਾ ਲੈ, ਪੱਕੀ ਇੱਟ ਵਾਲੇ। ਕਿਉਂਕਿ ਪਹਿਲੇ ਸਮਿਆਂ ਵਿੱਚ ਨਾ ਬਹੁਤੇ ਕੱਚੇ ਮਕਾਨ ਸਨ ਅਤੇ ਪੱਕਾ ਮਕਾਨ ਕਿਸੇ ਸ਼ਾਹੂਕਾਰ ਦਾ ਜਾਂ ਕਿਸੇ ਰਾਜੇ ਦਾ, ਕਿਸੇ ਅਮੀਰ ਆਦਮੀ ਦਾ ਹੋਇਆ ਕਰਦਾ। ਅੱਜ ਸਮਾਂ ਬਦਲਿਆ, ਅੱਜ ਬਹੁਤਿਆਂ ਦੇ ਪੱਕੇ ਹੀ ਨੇ, ਕੋਈ ਵਿਰਲਾ ਹੀ ਹੈ ਜਿਹਦਾ ਕੱਚਾ ਹੋਵੇਗਾ। ਅਤੇ ਲੋਕਾਂ ਦਾ ਬੜਾ ਉਦੋਂ ਇਹ ਖਿੱਚ ਹੁੰਦੀ ਸੀ ਵੀ ਮੇਰੇ ਕੋਲ ਪੱਕਾ ਮਕਾਨ ਹੋਵੇ। ਜਿੱਦਾਂ ਆਪਾਂ ਕਹਿ ਲਈਏ ਵੀ ਸੁਪਨਾ ਨਾ ਕਿਸੇ ਦਾ, ਵੀ ਜ਼ਿੰਦਗੀ ਦਾ ਲਕਸ਼ ਇਹ ਹੈ ਵੀ ਮੇਰੇ ਕੋਲ ਪੱਕਾ ਘਰ ਹੋਵੇ। ਅੱਜ ਭਾਵੇਂ ਉਹ ਸਾਰਿਆਂ ਦੇ ਕੋਲ ਹੀ ਹੈ। ਮਹਾਰਾਜ ਕਹਿਣ ਲੱਗੇ ਕਿ ਇਹ ਜਿਹੜੇ ਸੋਹਣੇ ਘਰ ਨੇ, ਉੱਚੇ ਮੰਦਰ, ਪੱਕੇ ਮਕਾਨ ਬਣਾ ਲਾ, ਉੱਚੀਆਂ ਉੱਚੀਆਂ ਅਟਾਰੀਆਂ ਬਣਾ ਲਾ, ਬਣ ਗਈਆਂ। ਹੁਣ ਜੇ ਸੋਹਣਾ ਘਰ ਹੋਵੇਗਾ ਤਾਂ ਔਰਤ ਵੀ ਸੋਹਣੀ ਮਿਲ ਜਾਵੇਗੀ, ਸੁੰਦਰ ਨਾਰੀ, ਵਿਆਹ ਵੀ ਸੋਹਣੀ ਇਸਤਰੀ ਦੇ ਨਾਲ ਹੋ ਗਿਆ, ਕਿਉਂਕਿ ਘਰ ਦੇ ਵਿੱਚ ਧਨ ਹੈ, ਪਦਾਰਥ ਹੈ। ਸੋਹਣਾ ਘਰ ਬਣਾ ਲਿਆ, ਸੋਹਣੇ ਮਕਾਨ ਬਣਾ ਲੈ, ਸੋਹਣਾ ਮਕਾਨ ਅਤੇ ਘਰ ਵੇਖ ਕੇ ਸੋਹਣੀ ਘਰ ਵਾਲੀ ਇਸਤਰੀ ਮਿਲ ਗਈ, ਬੜਾ ਖੁਸ਼ ਹੈ ਵੀ ਮਨ ਭਾਉਂਦੀਆਂ ਚੀਜ਼ਾਂ ਮਿਲਦੀਆਂ ਪਈਆਂ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਸੋਹਣਾ ਘਰ, ਚੰਗਾ ਘਰ ਵੇਖ ਕੇ ਇਸਤਰੀ ਨੂੰ ਸੋਹਣਾ ਪਤੀ ਮਿਲ ਗਿਆ। ਭਾਵੇਂ ਪਤੀ ਹੈ ਅਤੇ ਭਾਵੇਂ ਪਤਨੀ ਹੈ, ਭਾਵੇਂ ਇਸਤਰੀ ਹੈ ਅਤੇ ਭਾਵੇਂ ਮਰਦ ਹੈ। ਕਹਿਣ ਲੱਗੇ ਵੀ ਘਰ ਬਾਹਰ ਚੰਗਾ ਵੇਖ ਕੇ ਦੋਨਾਂ ਨੂੰ ਜੀਵਨ ਸਾਥੀ ਬੜਾ ਚੰਗਾ ਅਤੇ ਸੋਹਣਾ ਮਿਲਿਆ ਹੈ। ਰਾਮ ਨਾਮ ਬਿਨ ਬਾਜੀ ਹਾਰੀ। ਪਰ ਦੋਨਾਂ ਨੇ ਰਾਮ ਨਾਮ ਤੋਂ ਬਿਨਾਂ ਬਾਜੀ ਹਾਰ ਲਈ ਹੈ। ਮਨੁੱਖਾ ਜਨਮ ਦੀ ਬਾਜੀ ਨੂੰ ਦੋਨੇ ਹੀ ਹਾਰ ਗਏ। ਇੱਕ ਤਾਂ ਘਰ ਨੂੰ ਸੋਹਣਾ ਬਣਾਉਣ ਵਾਸਤੇ ਲੱਗਾ ਰਿਹਾ, ਇੱਕ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ ਲੱਗਾ ਰਿਹਾ। ਇੱਕ ਦੂਜੇ ਨੂੰ ਵੇਖਣ ਵਾਸਤੇ ਲੱਗੇ ਰਹੇ, ਸਰੀਰਾਂ ਨੂੰ ਭੋਗਣ ਵਾਸਤੇ ਲੱਗੇ ਰਹੇ। ਰਾਮ ਦੇ ਨਾਮ ਨੂੰ ਤੇ ਜਪਿਆ ਨਹੀਂ, ਰਾਮ ਦੇ ਨਾਮ ਨੂੰ ਤੇ ਕਦੇ ਆਖਿਆ ਨਹੀਂ। ਕਹਿਣ ਲੱਗਾ ਸਮਾਂ ਹੀ ਨਹੀਂ ਹੈ, ਹਾਲੇ ਤੇ ਸਮਾਂ ਖਾਣ ਪੀਣ ਦਾ, ਹਾਲੇ ਸਮਾਂ ਫੈਸ਼ਨ ਕਰਨ ਦਾ, ਹਾਲੇ ਸਮਾਂ ਦੁਨੀਆਦਾਰੀ ਵੇਖਣ ਦਾ, ਸੈਰ ਕਰਨ ਦਾ ਹੈ, ਦੇਸ਼ ਵਿਦੇਸ਼ ਦੇ ਵਿੱਚ ਜਾਣ ਦਾ ਹੈ। ਹਾਲੇ ਤੇ ਸਾਡਾ ਨਵਾਂ ਵਿਆਹ ਹੋਇਆ ਹੈ, ਅਜੇ ਤੇ ਅਸੀਂ ਮੌਜ ਮਸਤੀਆਂ ਕਰਨੀਆਂ। ਪਰ ਕਹਿਣ ਲੱਗੇ ਵੀ ਉਹ ਸਮਾਂ ਰੱਬ ਦੀ ਬੰਦਗੀ ਨੂੰ ਕਦੇ ਯਾਦ ਨਹੀਂ ਕੀਤਾ, ਸ਼ਰਮ ਮਹਿਸੂਸ ਕਰਦਾ। ਜੇ ਕਿਤੇ ਕਹਿ ਵੀ ਦਿੱਤਾ ਜਾਵੇ ਤਾਂ ਸ਼ਰਮ ਮੰਨਦਾ ਹੈ।
ਮਹਾਰਾਜ ਕਹਿਣ ਲੱਗੇ ਰਾਮ ਦੇ ਨਾਮ ਨੂੰ ਜਪਿਆ ਨਹੀਂ, ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਗਿਆ ਹੈ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ। ਭਗਤ ਰਵਿਦਾਸ ਜੀ ਕਹਿਣ ਲੱਗੇ ਬੇਨਤੀ ਇਹ ਕਰਿਆ ਕਰ ਪ੍ਰਮਾਤਮਾ, ਮੇਰੀ ਜਾਤ ਕਮੀਨੀ, ਕਮੀਨੀ ਤੋਂ ਭਾਵ ਨੀਵੀਂ, ਮੇਰੀ ਤੇ ਉੱਚੀ ਜਾਤ ਵੀ ਨਹੀਂ ਹੈ। ਜਾਤ ਦਾ ਮਾਣ ਨਾ ਕਰਿਆ ਕਰ। ਪਰ ਅਸੀਂ ਤੇ ਘਰ ਦੇ ਬਾਰ-ਬਾਰ ਲਿਖਾਇਆ, ਆਪਣਾ ਨਾਮ ਤੇ ਪੂਰੇ ਤੋਂ ਅੱਧਾ ਕਰ ਲਿਆ। ਜਿਹੜਾ ਨਾਮ ਮਾਂ ਬਾਪ ਨੇ ਰੱਖਿਆ ਸੀ ਨਾ ਉਹਦੇ ਤੋਂ ਘਟਾ ਲਿਆ, ਕਿਉਂਕਿ ਉਹਦਾ ਹੁਣ ਫੈਸ਼ਨ ਨਹੀਂ ਉਸ ਨਾਮ ਦਾ ਰਹਿ ਗਿਆ। ਨਾਮ ਤੇ ਲਿਆ ਘਟਾ, ਪਰ ਅੱਗੇ ਜਾਤ ਪਾਤ ਦਾ ਵੱਡਾ ਬੋਰਡ ਲਿਖ ਦਿੱਤਾ ਵੀ ਮੈਂ ਫਲਾਣੀ ਜਾਤ ਨਾਲ ਸੰਬੰਧਿਤ ਹਾਂ। ਮਾਣ ਤੇ ਤੇਰੇ ਦਰਵਾਜ਼ੇ ਤੇ ਟੰਗਿਆ ਦਿਸਦਾ ਪਿਆ ਤੇਰੇ ਨਾਮ ਦੇ ਅੱਗੇ। ਮਹਾਰਾਜ ਨੇ ਸਿੰਘ ਸ਼ਬਦ ਲਵਾਇਆ, ਸਿੰਘ ਸ਼ਬਦ ਹਟਾ ਕੇ ਤੇ ਆਪਣੀ ਜਾਤ ਲਿਖਦਾ ਪਿਆ। ਮਾਣ ਤੇ ਤੇਰੇ ਨਾਮ ਦੇ ਵਿੱਚ ਵੀ ਹੈ, ਮਾਣ ਤੇ ਤੇਰੇ ਘਰ ਦੇ ਦਰਵਾਜ਼ੇ ਤੋਂ ਵੀ ਦਿਸਦਾ ਪਿਆ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਗੱਲ ਨਹੀਂ ਬਣਨੀ, ਬੇਨਤੀ ਇਹ ਕਰ ਵੀ ਮੇਰੀ ਜਾਤ ਕਮੀਨੀ, ਕਮੀਨੀ ਤੋਂ ਭਾਵ ਮੈਂ ਤੇ ਨੀਵੀਂ ਜਾਤ, ਮੇਰੀ ਤੇ ਜਾਤ ਦਾ ਵੀ ਮੈਨੂੰ ਮਾਣ ਕੋਈ ਨਹੀਂ ਹੈ। ਤੇ ਪਾਤ ਕਮੀਨੀ, ਪਾਤ ਤੋਂ ਭਾਵ ਹੁੰਦਾ ਗੁਰਮੁਖੋ ਪੰਗਤੀ ਸੰਗਤ ਬਹਿਣੀ ਉੱਠਣੀ, ਮੇਰੀ ਤੇ ਬਹਿਣੀ ਉੱਠਣੀ ਵੀ ਨੀਵਿਆਂ ਨਾਲ ਹੀ ਹੈ। ਬਹਿਣੀ ਉੱਠਣੀ ਦਾ ਮਾਣ ਹੁੰਦਾ ਨਾ ਵੀ ਮੈਂ ਇਸ ਰੈਂਕ ਦਾ ਬੰਦਾ ਹਾਂ ਤੇ ਮੇਰੇ ਲਾਗੇ ਬੈਠਦੇ ਵੀ ਇਹੋ ਜਿਹੇ ਬੰਦੇ ਹੀ ਨੇ। ਯਾਰਾਂ ਦੋਸਤਾਂ ਦਾ ਮਾਣ, ਵੱਡੇ ਅਮੀਰ ਆਦਮੀਆਂ ਦਾ ਮਾਣ। ਮਹਾਰਾਜ ਕਹਿਣ ਲੱਗੇ ਬੇਨਤੀ ਇਹ ਕਰ ਪਾਤ ਕਮੀਨੀ, ਮੇਰੀ ਪੰਗਤੀ ਜਿਹੜੀ ਹੈ ਨਾ ਬੈਠਣੀ ਉੱਠਣੀ ਲੋਕਾਂ ਨਾਲ, ਰਿਸ਼ਤੇਦਾਰੀ ਪ੍ਰਾਹੁਣਚਾਰੀ, ਪਰਮਾਤਮਾ ਉਹ ਵੀ ਨੀਵਿਆਂ ਨਾਲ ਹੀ ਹੈ। ਓਛਾ ਜਨਮ ਹਮਾਰਾ, ਤੇ ਮੇਰਾ ਜਨਮ ਵੀ ਓਛਾ ਹੀ ਹੈ, ਓਛਾ ਹੀ ਜਨਮ ਹੈ, ਨੀਵਾਂ ਹੀ ਜਨਮ ਹੈ, ਮੈਨੂੰ ਇਹਨਾਂ ਗੱਲਾਂ ਦਾ ਮਾਣ ਨਹੀਂ ਹੈ। ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਭਗਤ ਰਵਿਦਾਸ ਜੀ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਤੇ ਆਪਣੀ ਜਾਤ ਨੂੰ ਲੁਕਾਉਂਦੇ ਨੇ, ਕਿਉਂਕਿ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਵਰਗੇ ਬੈਠੇ ਨੇ ਉੱਥੇ ਜਾਤ ਪਾਤ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ, ਕੋਈ ਅਰਥ ਨਹੀਂ ਰਹਿ ਜਾਂਦਾ। ਅਸੀਂ ਦੁਨੀਆ ਦੇ ਲੋਕ ਬੜਾ ਸੋਚਦੇ ਵੀ ਮੇਰੀ ਇਹ ਜਾਤ ਹੈ, ਫਲਾਣੇ ਦੀ ਇਹ ਹੈ, ਪਰ ਜਿਸ ਅਵਸਥਾ ਨੂੰ ਭਗਤ ਰਵਿਦਾਸ ਜੀ ਪ੍ਰਾਪਤ ਕਰ ਗਏ, ਬ੍ਰਹਮ ਦੀ ਅਵਸਥਾ ਵਿੱਚ ਤੇ ਸਭ ਖਤਮ ਹੋ ਜਾਂਦਾ। ਨਾ ਜਾਤ ਦਾ ਮਾਣ, ਨਾ ਸਰੀਰ ਦਾ ਮਾਣ, ਇਹ ਨਰ ਹੈ ਕਿ ਮਾਦਾ ਹੈ, ਇਹ ਸਭ ਗੱਲਾਂ ਭੁੱਲ ਜਾਂਦੀਆਂ। ਬ੍ਰਹਮ ਦੀ ਅਵਸਥਾ ਹੀ ਇਹੋ ਜਿਹੀ ਹੈ, ਸਾਰਿਆਂ ਵਿੱਚ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਇਹ ਰਾਜਾ, ਰਾਜਾ ਤੋਂ ਭਾਵ ਪ੍ਰਕਾਸ਼ ਸਰੂਪ ਰਾਮ ਜੀ, ਆਪ ਜੀ ਚੰਦ ਚੰਦਰਮਾ ਦੇ ਵਾਂਗੂ ਸੀਤਲਤਾਈ ਦੇਣ ਵਾਲੇ, ਠੰਡ ਦੇਣ ਵਾਲੇ ਹੋ। ਰਾਜਾ ਰਾਮਚੰਦ, ਇਹ ਰਾਮ ਪਰਮਾਤਮਾ, ਆਪ ਜੀ ਰਾਜਾ ਕਹੀਏ ਪ੍ਰਕਾਸ਼ ਰੂਪ ਹੋ ਤੇ ਚੰਦਰਮਾ ਦੇ ਵਾਂਗ ਸੀਤਲਤਾਈ ਦੇਣ ਵਾਲੇ ਹੋ। ਤੁਮ ਸਰਨਾਗਤ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਗਤ ਕਹੀਏ ਪ੍ਰਾਪਤ ਹੋਇਆ ਆ ਕੇ, ਤੇ ਮੈਨੂੰ ਕੀ ਦਿਓ, ਮੈਨੂੰ ਗਤ ਕਹੀਏ ਮੁਕਤੀ ਦੇ ਦਿਓ। ਮੈਂ ਆਇਆ ਕਾਹਦੇ ਵਾਸਤੇ? ਮੁਕਤੀ ਲੈਣ ਵਾਸਤੇ। ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਭਗਤ ਰਵਿਦਾਸ ਜੀ ਕਹਿਣ ਲੱਗੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਇਸ ਵਾਸਤੇ ਕਿ ਆਪ ਜੀ ਮੈਨੂੰ ਮੁਕਤੀ ਦੀ ਦਾਤ ਦੇ ਦਿਓ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ। ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਹੜੇ ਕਿ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ। ਵਾਹਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸੋ ਇੱਕ ਦੋ ਬੇਨਤੀਆਂ ਹਨ ਸੰਗਤਾਂ ਪ੍ਰਤੀ ਕਿ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਇਸੇ ਸਟੇਜ ਤੋਂ ਹੀ ਗੁਰੂ ਘਰ ਤੋਂ, ਕਿ 22 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸ ਦੇ ਸੰਬੰਧ ਵਿੱਚ ਕੱਲ੍ਹ 20 ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਇਸੇ ਦਰਬਾਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 10:30 ਵਜੇ, ਜਿਨ੍ਹਾਂ ਦੇ ਭੋਗ 22 ਤਰੀਕ ਨੂੰ ਪੈਣਗੇ। ਉਪਰੰਤ ਗੁਰਮਤਿ ਸਮਾਗਮ ਸੱਜਣਗੇ ਜਿਸ ਵਿੱਚ
ਭਾਈ ਜਸਪ੍ਰੀਤ ਸਿੰਘ ਜੀ ਆਪਣੇ ਗੁਰਦੁਆਰਾ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ਤਕਰੀਬਨ 1 ਘੰਟੇ ਲਈ ਹਾਜ਼ਰੀ ਭਰਨਗੇ। ਉਪਰੰਤ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਇਹ ਵੀ 1 ਘੰਟੇ ਲਈ ਆਪ ਸੰਗਤਾਂ ਨੂੰ ਜਾਗਰੂਕ ਕਰਨਗੇ ਗੁਰੂ ਸਾਹਿਬ ਦੇ ਜੀਵਨ ਬਾਰੇ, ਕਥਾ ਕਹਾਣੀਆਂ ਬਾਰੇ। ਸੋ ਇਹ ਅਖੰਡ ਪਾਠ ਸਾਹਿਬ ਦੀ ਜਿਹੜੀ ਸੇਵਾ ਹੈ ਇਹ ਸਰ ਚਰਨਜੀਤ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ ਲਈ ਗਈ ਹੈ। ਜਿਹੜੀਆਂ ਅਖੰਡ ਪਾਠ ਸਾਹਿਬ ਦੀ ਭੇਟਾਵਾਂ ਹਨ ਰਾਗੀ